Hello students, my name is Devinder Sidhu and today we are going to analyze the Punjab GK portion for the PPSC exam. Just make me sure students that I am audible to you. Okay students, ਹੁਣ ਬੱਚੋ ਬਹੁਤ ਜ਼ਿਆਦਾ ਹਵਾ ਉੱਡੀ ਹੋਈ ਹੈ ਵੀ PCS ਦਾ ਪੇਪਰ ਆਊਗਾ, PCS ਦਾ ਪੇਪਰ ਆਊਗਾ, PCS ਦਾ ਪੇਪਰ ਆਊਗਾ ਹਨਾ। ਕਈ ਜਗ੍ਹਾ ਤਾਂ ਕਹਿ ਦਈਏ ਵੀ ਇੰਸਟੀਟਿਊਟਸ ਨੇ ਆਪਣਾ ਜਿਹੜਾ ਹੈ ਬੈਚਸ ਵੀ ਸਟਾਰਟ ਕਰਤੇ। ਸੋ ਬੱਚੇ ਜਿਹੜਾ ਹੁਣ ਜਿੱਦਾਂ ਦੀ ਹਵਾ ਚੱਲੀ ਹੋਈ ਹੈ ਹਨਾ, ਉਹ ਜਿਹੜੀ ਹਵਾ ਹੈ ਉਹ ਸੱਚੀ ਹਵਾ ਹੈ ਪਹਿਲੀ ਗੱਲ, ਤੇ ਪੇਪਰ ਤੁਹਾਡਾ ਹੋਊਗਾ PCS। ਹੁਣ ਫਰਕ ਇੱਥੇ ਕੀ ਹੋਊਗਾ ਬੱਚੇ, ਜਿਹੜਾ ਬੱਚਾ ਪਹਿਲਾਂ ਤਿਆਰੀ ਸਟਾਰਟ ਕਰ ਦੂਗਾ ਠੀਕ ਹੈ, ਸੇਲ ਥਰੂ ਉਹੀ ਕਰੂਗਾ। ਹੁਣ ਇੱਥੇ ਡਿਪੈਂਡ ਇਹ ਇੱਕ ਇਹੋ ਜਿਹੀ ਸਿਚੁਏਸ਼ਨ, ਇੱਕ ਇਹੋ ਜਿਹਾ ਮੋਡ ਆ ਗਿਆ ਵੀ ਜਿਹੜਾ ਬੱਚਾ ਪਹਿਲਾਂ ਸਟਾਰਟ ਕਰੂ, ਜਿਹੜਾ ਬੱਚਾ ਲੇਟ ਸਟਾਰਟ ਕਰੂ, ਉਹੀ ਫੈਕਟਰ ਅੱਗੇ ਪਲੇ ਆਊਟ ਹੋਊਗਾ ਤੁਹਾਡੀ PCS ਦੇ ਵਿੱਚ ਸਿਲੈਕਸ਼ਨ ਹੋਣ ਦਾ ਠੀਕ ਹੈ। ਜਿਹੜੇ ਬੱਚਿਆਂ ਨੇ ਟਾਈਮ ਨਾਲ ਪ੍ਰੈਪਰੇਸ਼ਨ ਸਟਾਰਟ ਕਰਤੀ ਉਹਨਾਂ ਦੀ ਤਾਂ ਸਿਲੈਕਸ਼ਨ ਹੋ ਜੂਗੀ, ਜਿਨ੍ਹਾਂ ਨੇ ਨਹੀਂ ਕੀਤੀ ਫਿਰ ਬਾਅਦ 'ਚ ਉਹਨਾਂ ਨੇ ਸਟਰਗਲ ਕਰਨਾ ਹੈ, ਫਿਰ ਬਾਅਦ 'ਚ ਉਹਨਾਂ ਨੇ ਕ੍ਰੈਸ਼ ਕੋਰਸ ਭਾਲਣੇ ਹੈ, ਫਿਰ ਉਹਨਾਂ ਨੂੰ ਮਿਲਣਾ ਕੁਛ ਵੀ ਨਹੀਂ ਉਹਦੇ ਵਿੱਚੋਂ ਠੀਕ ਹੈ। ਸਟੂਡੈਂਟਸ ਸਤਿ ਸ਼੍ਰੀ ਅਕਾਲ, ਵਿਨੇ ਗਰਗ ਜੀ, ਹੈਲੋ। ਸੋ ਸਟੂਡੈਂਟਸ ਅੱਜ ਜਿਹੜੀ ਚੀਜ਼ ਆਪਾਂ ਐਨਾਲਾਈਜ਼ ਕਰਨੀ ਹੈ, ਆਪਾਂ ਪੰਜਾਬ GK ਐਨਾਲਾਈਜ਼ ਕਰਾਂਗੇ ਫॉर ਦਾ PPSC ਐਗਜ਼ਾਮ। ਪੰਜਾਬ GK ਦੇ ਆਪਾਂ 360 ਡਿਗਰੀ ਵਿਊ ਲਵਾਂਗੇ, ਉਹਦਾ ਹਰੇਕ ਐਂਗਲ ਤੋਂ ਦੇਖਾਂਗੇ, ਹਰੇਕ ਸਬਜੈਕਟ ਦੇਖਾਂਗੇ ਪੰਜਾਬ GK ਦਾ ਵੀ ਕਿੱਥੋਂ ਕੁਐਸਚਨਸ ਪੁੱਛੇ ਜਾ ਰਹੇ ਨੇ ਤੇ ਕਿੱਥੋਂ ਕਿੰਨੀ ਵੇਟੇਜ ਆ ਰਹੀ ਹੈ। ਹਿਸਟਰੀ, ਜੀਓਗ੍ਰਾਫੀ, AMC ਠੀਕ ਹੈ, ਇੰਟਰਨੈਸ਼ਨਲ ਰਿਲੇਸ਼ਨ ਵਿਦ ਰਿਸਪੈਕਟ ਟੂ ਪੰਜਾਬ, ਇੰਟਰਨਲ ਸਿਕਿਉਰਿਟੀ ਵਿਦ ਰਿਸਪੈਕਟ ਟੂ ਪੰਜਾਬ, ਉਹ ਸਾਰੀਆਂ ਚੀਜ਼ਾਂ ਆਪਾਂ ਐਨਾਲਾਈਜ਼ ਕਰਾਂਗੇ। ਸੋ ਅਗਲੇ 8 ਦਿਨ ਜਿਹੜੇ ਅਗਲੇ 8 ਦਿਨ ਹੋਣਗੇ ਸਟੂਡੈਂਟਸ, ਉਹ 8 ਦਿਨਾਂ ਵਿੱਚ ਆਪਾਂ ਡਿਫਰੈਂਟ ਸਬਜੈਕਟਸ ਪੰਜਾਬ GK ਦੇ, ਜਿੱਦਾਂ ਕਿ ਪੰਜਾਬ ਹਿਸਟਰੀ, ਪੰਜਾਬ ਜੀਓਗ੍ਰਾਫੀ, ਪੰਜਾਬ ਇਕੋਨਮੀ, ਪੰਜਾਬ ਪੋਲਿਟੀ, ਪੰਜਾਬ ਵਿਦ ਰਿਸਪੈਕਟ ਟੂ ਇੰਟਰਨੈਸ਼ਨਲ ਰਿਲੇਸ਼ਨ, ਪੰਜਾਬ ਵਿਦ ਰਿਸਪੈਕਟ ਟੂ ਇੰਟਰਨਲ ਸਿਕਿਉਰਿਟੀ, ਸਾਰੇ ਐਂਗਲਸ ਕਵਰ ਕਰਾਂਗੇ, ਐਨਾਲਾਈਜ਼ ਕਰਾਂਗੇ PYQ ਦੇ ਵਿੱਚ ਵੀ ਕਿਹੜੀ ਚੀਜ਼ ਤੇ ਸਾਨੂੰ ਫੋਕਸ ਦੇਣਾ ਹੈ ਤੇ ਕਿਹੜੀ ਚੀਜ਼ ਤੇ ਅਸੀਂ ਘੱਟ ਫੋਕਸ ਦੇਣਾ। ਫੋਕਸ ਆਪਾਂ ਸਾਰੀ ਚੀਜ਼ਾਂ ਤੇ ਦੇਣਾ, ਬੇਸਿਕਲੀ ਆਪਾਂ ਪ੍ਰਾਇੋਰਟਾਈਜ਼ ਕਰਨਾ ਹੈ ਵੀ ਕਿਹੜੀ ਚੀਜ਼ ਤੇ ਆਪਾਂ ਜ਼ਿਆਦਾ ਫੋਕਸ ਦੇਣਾ ਤੇ ਕਿਹੜੀ ਚੀਜ਼ ਤੇ ਆਪਾਂ ਕੰਪੈਰੀਟਿਵ ਡਿਗਰੀਜ਼ ਦੇ ਵਿੱਚ ਘੱਟ ਫੋਕਸ ਦੇਣਾ ਠੀਕ ਹੈ। ਸੋ ਉਹ ਚੀਜ਼ ਕਰਨ ਲਈ ਅਸੀਂ ਤੁਹਾਡੇ ਨਾਲ ਇਹ 8 ਦਿਨਾਂ ਦੀ ਸੀਰੀਜ਼ ਚਲਾਵਾਂਗੇ। ਮੈਂ ਤੇ ਰਾਹੁਲ ਸਰ, ਮੇਰਾ ਨਾਮ ਦਵਿੰਦਰ ਸਿੱਧੂ, ਜਿਹੜੇ ਬੱਚੇ ਮੈਨੂੰ ਨਹੀਂ ਜਾਣਦੇ, ਐਂਡ ਰਾਹੁਲ ਸਰ ਜਿਵੇਂ ਸਕੈਜੂਲ ਹੋਊਗਾ ਬੱਚੇ, ਜਿੱਦਾਂ ਕਿ ਆਪਾਂ ਤੁਹਾਨੂੰ ਸਾਰੇ ਸਬਜੈਕਟਸ ਤੁਹਾਡੇ ਨਾਲ ਐਨਾਲਾਈਜ਼ ਕਰਦੇ ਜਾਵਾਂਗੇ, ਨਾਲੇ ਤੁਹਾਨੂੰ ਦੱਸੀ ਜਾਵਾਂਗੇ ਕਿ ਪ੍ਰੀ ਦੇ ਵਿੱਚ ਕਿੰਨੇ ਕੁਐਸਚਨਸ ਨੇ ਤੇ ਮੇਨਸ ਦੇ ਵਿੱਚ ਕਿੱਦਾਂ ਕੁਐਸਚਨਸ ਬਣ ਰਹੇ ਨੇ, ਸਿਲੇਬਸ ਨੂੰ ਕੰਟੈਕਸਟ ਵਿੱਚ ਰੱਖਦੇ ਹੋਏ ਠੀਕ ਹੈ ਸਟੂਡੈਂਟਸ। ਸੋ ਬੱਚੇ ਆਪਾਂ ਅੱਜ ਦੀ ਕਲਾਸ ਸਟਾਰਟ ਕਰੀਏ, ਇੱਕ ਵਾਰੀ ਯੈਸ ਕਹਿ ਦਿਓ, ਫਿਰ ਆਪਾਂ ਅੱਜ ਦੀ ਸਟਾਰਟ ਕਰੀਏ ਨਾ ਕਲਾਸ। ਲਓ ਵੀ ਬੱਚਿਓ, ਓਕੇ ਵਿਨੇ ਗਰਗ ਠੀਕ ਹੈ, ਹਿਮਾਂਸ਼ੂ, ਰਜਿੰਦਰ ਵੀ ਆ ਗਿਆ। ਓਕੇ ਬੱਚੇ ਲਾਈਕ ਕਰ ਦਿਓ ਸੈਸ਼ਨ, ਜਿਹੜੇ ਬੱਚੇ ਨਵੇਂ ਜੁੜ ਰਹੇ ਨੇ ਨਾਲ ਲਾਈਕ ਕਰ ਚੱਲੋ ਠੀਕ ਹੈ। ਚਲੋ ਬੱਚੇ ਅੱਜ ਸਟਾਰਟ ਕਰਦੇ, ਫਿਰ ਆਪਾਂ ਲੈਕਚਰ ਸਟਾਰਟ ਕਰਦੇ ਹਾਂ ਬੱਚੇ। ਪੰਜਾਬ PCS, ਪੰਜਾਬ GK ਹਿਸਟਰੀ, ਆਪਾਂ ਅੱਜ ਦੀ ਕਲਾਸ ਦੇ ਵਿੱਚ ਹਿਸਟਰੀ ਨੂੰ ਫੜਾਂਗੇ। ਪਹਿਲਾਂ ਆਪਾਂ ਹਿਸਟਰੀ ਸਬਜੈਕਟ ਚੱਕਾਂਗੇ ਬੱਚੇ। ਹਿਸਟਰੀ ਪੰਜਾਬ ਦੀ ਹਿਸਟਰੀ ਦੇ ਵਿੱਚ ਦੇਖਾਂਗੇ ਪ੍ਰੀਲਿਮਸ ਚੋਂ ਕਿੱਦਾਂ ਕੁਐਸਚਨ ਨੇ, ਮੇਨਸ ਚੋਂ ਕਿੱਦਾਂ ਕੁਐਸਚਨ ਨੇ, ਫਿਰ ਉਹਨੂੰ ਆਪਾਂ ਕੈਟਰ ਕਰਦੇ ਹਾਂ ਠੀਕ ਹੈ ਜੀ। ਇੱਕ ਵਾਰੀ PYQ ਕੁਐਸਚਨਸ ਦੇਖਾਂਗੇ ਆਪਾਂ। ਓਕੇ ਲੋ ਬੱਚੇ, ਇਹ ਚੀਜ਼ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਾਂ ਪੰਜਾਬ GK ਦਾ ਸਿਲੇਬਸ ਦੇਖ ਲਈਏ, ਜੋ ਪ੍ਰੀ ਦੇ ਵਿੱਚ ਦੱਸਿਆ ਹੋਇਆ ਜਾਂ ਜੋ ਫਿਰ ਮੇਨਸ ਦੇ ਵਿੱਚ ਦੱਸਿਆ ਹੋਇਆ, ਜਿਵੇਂ ਵੀ ਉਹ ਸਿਲੇਬਸ ਆਪਾਂ ਦੇਖ ਲਈਏ ਨਾ। ਇੱਕ ਵਾਰੀ ਹੁਣ ਆਪਾਂ ਦੇਖੀਏ ਸਿਲੇਬਸ ਆਫ ਪੰਜਾਬ GK ਫॉर ਪ੍ਰੀਲਿਮਿਨਰੀ ਐਗਜ਼ਾਮ। ਪ੍ਰੀਲਿਮਸ ਦੇ ਵਿੱਚ ਪੰਜਾਬ GK ਦਾ ਕੀ ਵੇਟੇਜ ਹੈ ਜਾਂ ਕੀ ਸਿਲੇਬਸ ਹੈ, ਉਹ ਤੁਹਾਨੂੰ ਮੈਂ ਅੱਗੇ ਦੱਸਦਾ ਰਹੂੰਗਾ, ਅੱਗੇ ਵੀ ਦੱਸਦਾ ਰਹੂੰਗਾ ਵੀ ਕਿੱਦਾਂ ਚੀਜ਼ਾਂ ਕਿੱਦਾਂ ਕਰਨੀਆਂ ਨੇ ਠੀਕ ਹੈ। ਚਲੋ ਜੀਓਗ੍ਰਾਫੀ ਬਾਰੇ ਕੀ ਲਿਖਿਆ ਹੋਇਆ ਜੀ, ਜੀਓਗ੍ਰਾਫੀਕਲ ਐਂਡ ਐਗਰੋ ਕਲਾਈਮੈਟਿਕ ਰੀਜਨ। ਬੱਚੇ ਇਹਦੇ ਉੱਤੇ ਤਾਂ ਕੁਐਸਚਨ ਮੇਨਸ ਵਿੱਚ ਵੀ ਆਇਆ ਸੀ। ਰਿਵਰਸ, ਵਾਟਰ ਰਿਸੋਰਸਿਸ, ਰਿਵਰਸ ਦਾ ਕੰਟੈਕਸਟ ਜਦੋਂ ਆ ਗਿਆ ਬੱਚੇ, ਆਪਾਂ ਇੰਡਸ ਰਿਵਰ ਸਿਸਟਮ ਦੇਖਣਾ ਠੀਕ ਹੈ। ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਇੰਡਸ ਰਿਵਰ ਸਾਰਾ ਆਪਾਂ ਦੇਖਾਂਗੇ ਕੀ ਉਹਨਾਂ ਦੇ ਸੋਰਸਿਸ ਨੇ, ਕਿੱਥੋਂ ਪੈਦਾ ਹੋ ਰਹੇ ਨੇ, ਕਿੱਥੇ ਉਹ ਡਰੇਨ ਕਰ ਰਹੇ ਨੇ, ਕਿੱਥੇ ਉਹ ਜੁੜ ਰਹੇ ਨੇ, ਪੰਜਨਾਦ ਕਿੱਥੇ ਹੈ, ਸਤਲੁਜ ਤੇ ਬਿਆਸ ਕਿੱਥੇ ਜਿਹੜੇ ਜੁੜ ਰਹੇ ਨੇ। ਤੇ ਇਹ ਤੁਸੀਂ ਮੈਨੂੰ ਦੱਸਿਓ ਕਿ ਸਤਲੁਜ ਤੇ ਬਿਆਸ ਜਿੱਥੇ ਮਿਲਦੇ ਨੇ ਉੱਥੇ ਆਪਣਾ ਕਿਹੜਾ ਵੈਟਲੈਂਡ ਹੈ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਿਓ ਠੀਕ ਹੈ ਜੀ। ਗੁੱਡ ਈਵਨਿੰਗ ਗੀਤਾ ਕੰਬੋਜ ਜੀ, ਗੁੱਡ ਈਵਨਿੰਗ। ਚਲੋ ਜੀ, ਲੋ ਜੀ, ਫਿਰ ਆਪਾਂ ਦੇਖਾਂਗੇ ਜੀ ਸ਼ੇਅਰਿੰਗ ਆਫ ਵਾਟਰਸ। ਸ਼ੇਅਰਿੰਗ ਆਫ ਵਾਟਰਸ ਦੀ ਜਦੋਂ ਬੱਚੇ ਗੱਲ ਆ ਰਹੀ ਹੈ ਤਾਂ ਫਿਰ SYL ਇਸ਼ੂ ਜਿਹੜਾ ਹੈ, ਸਤਲੁਜ ਯਮੁਨਾ ਲਿੰਕ ਵਾਲਾ ਇਸ਼ੂ ਹੈ, ਇਸ ਉੱਤੇ ਕੁਐਸਚਨ ਹੈ ਜਿਹੜਾ ਮੇਨਸ ਦੇ ਵਿੱਚ ਪੱਕਾ ਬਣੂਗਾ, ਇਹ ਤੁਹਾਨੂੰ ਮੈਂ ਗਰੰਟੀ ਦਿੰਦਾ ਇਸ ਚੀਜ਼ ਦੀ, ਕਿਉਂਕਿ ਬਹੁਤ ਜ਼ਿਆਦਾ ਕਰੰਟ ਦੇ ਵਿੱਚ ਰਹਿਣੇ ਵਾਲਾ ਟੌਪਿਕ ਹੈ ਠੀਕ ਹੈ। ਬਹੁਤ ਗਰਮ ਹੋ ਚੁੱਕਿਆ ਮੁੱਦਾ, ਇਹਦੇ ਕੁਐਸਚਨ ਤੁਹਾਡਾ ਬਣੂਗਾ ਹੀ ਬਣੂਗਾ। ਤੇ ਇਹਦੇ ਆਪਾਂ ਤੁਹਾਨੂੰ ਕੁਐਸਚਨਸ ਵੀ ਅਸੀਂ ਦੇਵਾਂਗੇ ਬਣਾ ਕੇ ਠੀਕ ਹੈ, ਤੁਹਾਡੇ ਤੋਂ ਪੁੱਛਾਂਗੇ, ਤੁਸੀਂ ਸਾਨੂੰ ਲਿਖ ਕੇ ਦੋਗੇ, ਅਸੀਂ ਉਹਨੂੰ ਅਸੈਸ ਕਰਾਂਗੇ, ਤੁਹਾਨੂੰ ਮਾਡਰਨ ਆਨਸਰਸ ਵੀ ਦਿੱਤੇ ਜਾਣਗੇ ਠੀਕ ਹੈ। ਸੋ ਇਸ ਜਿਹੜੀ ਸੀਰੀਜ਼ ਦੀ ਜਿਹੜੀ ਕਹਿ ਦਈਏ ਵੀ ਵੈਲਿਊ ਹੈ ਨਾ, ਉਹ ਬਹੁਤ ਜ਼ਿਆਦਾ ਹੈ ਉਹਨਾਂ ਬੱਚਿਆਂ ਲਈ ਜਿਹੜੇ ਸੀਰੀਅਸ ਸਟੂਡੈਂਟਸ ਨੇ, ਜਿਹੜੇ ਸੱਚੀ ਕੋਈ
PCS ਅਫਸਰ ਬਣਨਾ ਚਾਹੁੰਦੇ ਨੇ ਜਾਂ SDM ਬਣਨਾ ਚਾਹੁੰਦੇ ਨੇ, DSP ਬਣਨਾ ਚਾਹੁੰਦੇ, ਇਦਾਂ ਦੀਆਂ ਪ੍ਰੈਸਟੀਜੀਅਸ ਜੌਬਸ ਲੈਣਾ ਚਾਹੁੰਦੇ ਨੇ। ਸੋ ਬੱਚਿਓ ਇਹ ਸੀਰੀਜ਼ ਉਨੀ ਜ਼ਿਆਦਾ ਵੈਲਿਊ ਰੱਖਦੀ ਹੈ ਉਹਨਾਂ ਬੱਚਿਆਂ ਲਈ, ਠੀਕ ਹੈ ਜੀ। ਸੋ ਡੈਮੋਗ੍ਰਾਫੀ ਦੇਖਾਂਗੇ ਆਪਾਂ, ਹਿਊਮਨ ਡਿਵੈਲਪਮੈਂਟ ਇੰਡੈਕਸਿਸ। ਸੋ ਇਹ ਤਾਂ ਹੋ ਗਿਆ ਸਿਲੇਬਸ ਜੀਓਗ੍ਰਾਫੀ ਪਰਸਪੈਕਟਿਵ ਚੋਂ। ਪੀਪਲ, ਸੋਸਾਇਟੀ ਐਂਡ ਕਲਚਰ 'ਚ ਮੇਜਰ ਪਰਸਨੈਲਿਟੀਜ਼ ਇਨ ਹਿਸਟਰੀ ਆਫ ਪੰਜਾਬ, ਜੋ ਵੀ ਇੰਪੋਰਟੈਂਟ ਪਰਸਨੈਲਿਟੀਜ਼ ਆਪਣੇ ਪੰਜਾਬ ਦੀਆਂ ਨੇ ਵਿਦ ਰਿਸਪੈਕਟ ਟੂ ਇੰਡੀਅਨ ਫਰੀडम ਸਟਰਗਲ ਮੂਵਮੈਂਟ, ਠੀਕ ਹੈ। ਅਦਰਵਾਈਜ਼ ਹੋਰ ਵੀ ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟਸ ਨਾਲ ਜੋ ਵੀ ਇੰਪੋਰਟੈਂਟ ਜਿਹੜੀਆਂ ਵੀ ਆਪਣੇ ਪਰਸਨੈਲਿਟੀਜ਼ ਹੋਣ ਆਪਾਂ ਕਵਰ ਕਰਾਂਗੇ। ਮੇਜਰ ਰਿਲੀਜਨ, ਸਪਿਰਿਚੁਅਲ ਪਰਸਨੈਲਿਟੀ, ਪੰਜਾਬੀ ਲਿਟਰੇਚਰ ਦੇ ਤਾਂ ਬਹੁਤ ਕੁਐਸਚਨਸ ਬਣਦੇ ਨੇ ਬੱਚਿਓ, ਚਾਹੇ ਪ੍ਰੀ ਹੋਵੇ, ਬੇਸਿਕਲੀ ਪ੍ਰੀ ਦੇ ਵਿੱਚ ਹੀ ਬਣਦੇ ਨੇ। ਜਿੱਦਾਂ ਕਿ 2021 2020 ਵਾਲੇ PCS ਦੇ ਵਿੱਚ ਪ੍ਰੀ ਦੇ ਵਿੱਚ ਅੱਜ ਆਖਾ ਵਾਰਿਸ ਸ਼ਾਹ ਨੂੰ ਵਰਕ ਪੁੱਛਿਆ ਗਿਆ ਵੀ ਉਹ ਕਿੰਨਾ ਵੱਲੋਂ ਲਿਖਿਆ ਗਿਆ। ਵੈਸੇ ਬੇਸਿਕਲੀ ਅੰਮ੍ਰਿਤਾ ਪ੍ਰੀਤਮ ਵੱਲੋਂ ਲਿਖਿਆ ਗਿਆ, ਪਰ ਉਹਨੂੰ ਥੋੜਾ ਜਿਹਾ ਹਾਰਡ ਕੀਤਾ ਗਿਆ। ਉਸ ਕੁਐਸਚਨ ਨੂੰ ਥੋੜਾ ਹਾਰਡ ਵੀ ਕੀਤਾ ਗਿਆ, ਮੈਂ ਤੁਹਾਨੂੰ ਦਿਖਾਊਂਗਾ ਅੱਗੇ। ਚਲੋ ਜੀ ਅੱਗੇ ਹਿਸਟਰੀ ਦੇ ਵਿੱਚ ਕੀ ਪੁੱਛਿਆ ਜੀ, ਸੂਫੀ ਸੰਤ ਤੇ ਗੁਰੂ। ਬੱਚੇ ਆਪਣੀ ਜਿਹੜੀ ਹਿਸਟਰੀ ਹੈ ਨਾ ਉਹ ਇੱਥੋਂ ਸਟਾਰਟ ਹੁੰਦੀ ਹੈ 14th ਸੈਂਚੁਰੀ ਔਨਵਰਡ, ਯਾਨੀ ਕਿ ਲੋਧੀ ਡਾਇਨੈਸਟੀ, ਮੁਗਲ ਡਾਇਨੈਸਟੀ, ਠੀਕ ਹੈ ਜੀ। ਫਿਰ ਉਹ ਮੁਗਲਾਂ ਦੇ ਦੇਖਾਂਗੇ ਸਮਕਾਲੀ ਨਾਲ ਸਿੱਖ ਗੁਰੂ ਕਿਹੜੇ ਕਿਹੜੇ ਹੋਏ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਬ੍ਰਿਟਿਸ਼ ਪੀਰੀਅਡ ਹੋਇਆ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਦੋਂ ਰਾਜ 1848 ਦੇ ਵਿੱਚ ਜਦੋਂ ਸੈਕੰਡ ਐਂਗਲੋ ਸਿੱਖ ਵਾਰਸ ਹੋਈਆਂ, ਠੀਕ ਹੈ, ਉਹਦੇ ਵਿੱਚ ਜਦੋਂ ਰਾਜ ਸਿਰਾ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਨੇ ਕੌਂਕਰ ਕਰ ਲਿਆ ਸੀ, ਠੀਕ ਹੈ ਜੀ। ਫਿਰ ਨੈਸ਼ਨਲਿਸਟ ਮੂਵਮੈਂਟ ਦੇਖਾਂਗੇ ਪੰਜਾਬ ਦੀਆਂ, ਪੰਜਾਬ ਇਨ ਇੰਡੀਪੈਂਡੈਂਸ ਇੰਡੀਆ, ਯਾਨੀ ਕਿ ਪੋਸਟ ਇੰਡੀਪੈਂਡੈਂਸ ਇੰਡੀਆ ਦੇ ਵਿੱਚ ਜੋ ਵੀ ਇੰਪੋਰਟੈਂਟ ਇਵੈਂਟਸ ਨੇ ਉਹ ਵੀ ਸਿਲੇਬਸ ਦਾ ਹੀ ਪਾਰਟ ਨੇ, ਤੇ ਉਸ ਸਾਰੇ ਸਿਲੇਬਸ ਨੂੰ ਆਪਾਂ ਬਹੁਤ ਹੀ ਕਹਿ ਦਈਏ ਵੀ ਡਿਟੇਲ ਤਰੀਕੇ ਨਾਲ ਕਵਰ ਕਰਾਂਗੇ। ਲਓ ਜੀ ਫਿਰ ਬੱਚੋ, ਕਿਉਂਕਿ ਅੱਜ ਆਪਾਂ ਪੰਜਾਬ GK ਦੇ ਵਿੱਚ ਸਪੈਸੀਫਿਕ ਪੰਜਾਬ ਦੀ ਹਿਸਟਰੀ ਦੀ ਗੱਲ ਕਰ ਰਹੇ ਹਾਂ, ਤਾਂ ਹੁਣ ਪੰਜਾਬ ਦੀ ਹਿਸਟਰੀ ਦਾ ਸਿਲੇਬਸ ਜੋ PPSC ਵੈਬਸਾਈਟ ਨੇ ਜੋ ਲਿਖਿਆ ਹੋਇਆ ਉਹ ਤੁਹਾਡੇ ਸਾਹਮਣੇ ਹੈ ਜੀ। ਕੀ ਹੈ ਜੀ, ਰਣਜੀਤ ਸਿੰਘ ਰਾਈਜ਼ ਟੂ ਪਾਵਰ, ਸਿਵਲ ਐਂਡ ਮਿਲਟਰੀ ਐਡਮਿਨਿਸਟ੍ਰੇਸ਼ਨ ਐਂਡ ਰਿਲੇਸ਼ਨ ਵਿਦ ਦਾ ਬ੍ਰਿਟਿਸ਼। ਇਸ ਇੱਕ ਲਾਈਨ ਦੇ ਵਿੱਚ ਤੁਹਾਡੇ 15 ਨੰਬਰ ਜਿਹੜੇ ਨੇ ਲੁਕੇ ਹੋਏ ਨੇ। ਤੇ ਅੱਜ ਆਪਾਂ ਜਦੋਂ ਪੰਜਾਬ ਦੀ ਹਿਸਟਰੀ ਜਦੋਂ ਐਨਾਲਾਈਜ਼ ਕਰਾਂਗੇ PYQ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਕਿੰਨੇ ਸੌਖੇ ਨੰਬਰ ਨੇ ਪੰਜਾਬ GK ਦੇ ਵਿੱਚੋਂ ਲੈਣੇ, ਠੀਕ ਹੈ ਜੀ। ਅੱਗੇ ਜੀ, ਅਨੈਕਸੇਸ਼ਨ ਆਫ ਪੰਜਾਬ ਵਿਦ ਸਪੈਸ਼ਲ ਰੈਫਰੈਂਸ ਟੂ ਦਾ ਕਾਜ਼ਸ ਐਂਡ ਕੌਨਸੀਕੁਐਂਸ ਆਫ ਦੀ ਐਂਗਲੋ ਸਿੱਖ ਵਾਰ। ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੀ ਹੀ ਗੱਲ ਹੈ। ਸੋ ਬੱਚੇ ਬਹੁਤ ਹੀ ਕਹਿ ਦਈਏ ਵੀ ਕੰਪੈਕਟ ਜਿਹਾ ਸਿਲੇਬਸ ਹੈ ਹਿਸਟਰੀ ਦਾ, ਪੰਜਾਬ GK ਦੀ ਹਿਸਟਰੀ ਦਾ। ਸੋ ਉਹਦੇ ਚੋਂ ਨੰਬਰ ਲੈਣੇ ਬਹੁਤ ਹੀ ਕਹਿ ਦਈਏ ਵੀ ਸੌਖੇ ਨੇ, ਜੇ ਕੋਈ ਬੱਚਾ ਸੀਰੀਅਸ ਹੈ, ਜੇ ਕੋਈ ਬੱਚਾ ਫੋਕਸਡ ਹੈ, ਜੇ ਕੋਈ ਬੱਚਾ ਚਾਹੁੰਦਾ ਵੀ ਉਹ ਅਫਸਰ ਬਣੇ। ਹੁਣ ਦੂਜੀ ਗੱਲ, ਪ੍ਰੀ ਦੇ ਵਿੱਚੋਂ ਕਿੰਨੀ ਕੱਟ ਆਫ ਗਈ ਹੈ ਐਤਕੀ, 244 ਸਮਥਿੰਗ ਆਊਟ ਆਫ 400, ਯਾਨੀ ਕਿ ਯਾਰ ਆਲਮੋਸਟ 60 ਜਾਂ ਫਿਰ 61% ਜਿਹੜੇ ਮਾਰਕਸ ਤੁਸੀਂ ਲੈਣੇ ਸੀ ਪ੍ਰੀ ਦੇ ਵਿੱਚ ਤੁਸੀਂ ਜਿਹੜਾ ਹੈ ਸਕੋਰ ਕਰ ਲੈਂਦੇ। ਜੇ ਅਦਰਵਾਈਜ਼ ਕੋਈ ਹੋਰ ਐਗਜ਼ਾਮ ਦਿੰਦੇ ਹੋ ਕੋਈ ਸਟੇਟ ਲੈਵਲ ਦਾ, ਉਹਦੇ 'ਚ ਤਾਂ ਐਟਲੀਸਟ ਤੁਹਾਨੂੰ 70 to 75% ਜਿਹੜਾ ਸਕੋਰ ਕਰਨਾ ਪੈਂਦਾ। ਸੋ ਓਬਵੀਅਸਲੀ PPSC 'ਚ ਤੁਸੀਂ ਅਫਸਰ ਬਣਨਾ, ਗ੍ਰੇਡ A ਪੋਸਟ ਆ, ਤੁਹਾਨੂੰ ਜਿਹੜੀ ਹੈ ਐਕਸਟਰਾ ਮਿਹਨਤ ਕਰਨੀ ਪਊਗੀ, ਪਲੱਸ ਜਿਹੜਾ ਲੈਵਲ ਆ ਉਹ ਵੀ ਹਾਰਡ ਹੀ ਹੋਊਗਾ, ਠੀਕ ਹੈ। ਇੰਨੀ ਚੀਜ਼ ਆਪਾਂ ਧਿਆਨ 'ਚ ਰੱਖਣੀ ਹੈ। ਉਸ ਤੋਂ ਇਲਾਵਾ ਪੰਜਾਬ GK ਦੀ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ। ਪਹਿਲਾ ਬੱਚੇ ਆਪਾਂ 2015 ਦਾ ਪ੍ਰੀਲਿਮਸ ਚੈੱਕ ਕਰਦੇ ਹਾਂ। 2015 ਦਾ ਪ੍ਰੀਲਿਮਸ ਪੇਪਰ ਆਪਾਂ ਚੈੱਕ ਕਰਦੇ ਹਾਂ। ਉਹਦੇ ਵਿੱਚ ਦੇਖਦੇ ਹਾਂ ਕਿ ਪੰਜਾਬ GK ਦੀ ਵੇਟੇਜ ਕਿਵੇਂ ਰਹੀ ਆ। ਬਹੁਤ ਤਰੀਕੇ ਨਾਲ ਅਸੀਂ ਬੈਠ ਕੇ ਸਾਰਿਆਂ ਨੇ ਐਨਾਲਾਈਜ਼ ਕੀਤਾ ਅੰਡਰ ਦਾ ਗਾਈਡੈਂਸ ਆਫ ਰਾਜ ਸਰ। ਸੋ ਆਪਾਂ ਦੇਖਦੇ ਹਾਂ ਜੀ। ਸੋ ਬੱਚੇ ਪ੍ਰੀਲਿਮਸ 2015 ਦੇ ਵਿੱਚ 14 ਕੁਐਸਚਨਸ ਪੁੱਛੇ ਗਏ। 14 ਕੁਐਸਚਨਸ ਸਿਰਫ ਪੰਜਾਬ GK ਚੋਂ ਪੁੱਛੇ ਗਏ। ਉਹਦੇ ਵਿੱਚੋਂ ਵੀ ਜੇ ਆਪਾਂ ਨੂੰ ਬ੍ਰੇਕ ਕਰੀਏ ਸਬਜੈਕਟਸ ਨੂੰ, ਹਿਸਟਰੀ ਦੇ ਵਿੱਚੋਂ 7 ਕੁਐਸਚਨ ਪੁੱਛੇ ਗਏ 14 ਵਿੱਚੋਂ, ਯਾਨੀ ਕਿ 50% ਵੇਟੇਜ। 50% ਵੇਟੇਜ ਆ ਜਿਹੜੀ ਸਿਰਫ ਹਿਸਟਰੀ ਦੀ ਸੀਗੀ। ਬਹੁਤ ਵੱਡੀ ਗੱਲ ਹੈ। ਐਵੇਂ ਹੀ ਜੀਓਗ੍ਰਾਫੀ ਦੀ ਵੇਟੇਜ ਸੀ ਤੇ AMC ਦੀ ਵੇਟੇਜ ਸੀ। ਹਿਸਟਰੀ ਪਲੱਸ ਜੀਓਗ੍ਰਾਫੀ ਤੁਹਾਡੇ ਪ੍ਰੀ ਪਲੱਸ ਮੇਨਸ ਦੀ ਤਿਆਰੀ ਵਿੱਚ ਬਹੁਤ ਹੀ ਅਹਿਮ ਰੋਲ ਪਲੇ ਕਰਨਗੇ। ਇਹ ਚੀਜ਼ ਤੁਸੀਂ ਆਪਣੇ ਦਿਮਾਗ ਵਿੱਚ ਬਿਠਾ ਕੇ ਰੱਖਣੀ ਹੈ, ਫਿੱਟ ਕਰ ਲਓ ਇਹਨੂੰ, ਠੀਕ ਹੈ ਜੀ। ਚਲੋ ਆਪਾਂ ਅੱਗੇ ਦੇਖਦੇ ਹਾਂ। 14 ਕੁਐਸਚਨਸ ਪੁੱਛੇ ਗਏ ਸੀ। ਲਓ ਹੁਣ ਆਪਾਂ ਦੇਖੀਏ ਜੀ ਕਿਹੜੇ ਕਿਹੜੇ ਕੁਐਸਚਨ ਪੁੱਛੇ ਗਏ। ਦੇਖਦੇ ਆਪਾਂ ਕਿਹੜੇ ਕਿਹੜੇ ਕੁਐਸਚਨ ਪੁੱਛੇ ਗਏ। ਪੁੱਛਿਆ ਗਿਆ ਬੱਚੇ ਡਿਊਰਿੰਗ ਦਾ reign of which of the following Mughal emperors was the Sikh leader Banda Singh Bahadur was captured and executed। ਬੇਸਿਕਲੀ ਬੰਦਾ ਸਿੰਘ ਬਹਾਦਰ ਦੇ ਟਾਈਮ ਪੀਰੀਅਡ, ਬੰਦਾ ਸਿੰਘ ਬਹਾਦਰ ਜੀ ਜਦੋਂ ਉਹਨਾਂ ਨੂੰ ਫੜਿਆ ਗਿਆ, ਗੁਰਦਾਸ ਨੰਗਲ ਦੀ ਲੜਾਈ ਲਾਸਟ ਹੋਈ ਬੱਚੇ 1716 ਈਸਵੀ ਦੇ ਵਿੱਚ, ਠੀਕ ਹੈ। 1716 ਈਸਵੀ ਦੇ ਵਿੱਚ ਗੁਰਦਾਸ ਨੰਗਲ ਦੀ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ
ਉਹਨੂੰ ਕਿਸ ਉਸ ਦਾ ਸਮਕਾਲੀ ਕੌਣ ਸੀ ਮੁਗਲ ਰਾਜਾ, ਉਹ ਕੌਣ ਸੀ ਜਿਨ੍ਹਾਂ ਨੇ ਉਹਨੂੰ ਕੈਪਚਰ ਕੀਤਾ ਬੰਦਾ ਸਿੰਘ ਬਹਾਦਰ ਨੂੰ ਤੇ ਐਗਜ਼ੀਕਿਊਟ ਕੀਤਾ। ਇਹ ਕੁਐਸਚਨ ਬੱਚੇ ਪੁੱਛਿਆ ਗਿਆ ਸੀ। ਸਿੰਪਲ ਕੁਐਸਚਨ ਸੀਗਾ, ਕੋਈ ਜ਼ਿਆਦਾ ਡਿਫਿਕਲਟ ਕੁਐਸਚਨ ਨਹੀਂ ਸੀਗਾ ਬੱਚੇ। ਇਹਦਾ ਆਨਸਰ ਸੀਗਾ ਫਾਰੂਕ ਸ਼ਾਹ ਰਾਜਾ। 1716 ਈਸਵੀ ਦੀ ਬੱਚੇ ਇਹ ਲੜਾਈ ਸੀਗੀ ਗੁਰਦਾਸ ਨੰਗਲ, ਜਿਹੜੀ ਕਿ ਗੁਰਦਾਸਪੁਰ 'ਚ ਸਾਈਟ ਹੈ ਜਿੱਥੇ ਲਾਸਟ ਲੜਾਈ ਬੱਚੇ ਹੋਈ ਹੈ। ਠੀਕ ਹੈ, ਇਹ ਸਿੰਪਲ ਕੁਐਸਚਨ ਬੱਚੇ ਹਿਸਟਰੀ ਦਾ ਸੀਗਾ ਪਹਿਲਾ ਕੁਐਸਚਨ। ਅੱਗੇ ਦੇਖਦੇ ਹਾਂ ਹੋਰ ਕੀ ਆਇਆ ਸੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਟਾਊਨਸ ਵਾਸ ਨਾਟ ਅਟੈਕਡ। ਇਹ ਚੀਜ਼ ਦਾ ਆਪਾਂ ਧਿਆਨ ਰੱਖਣਾ, ਕਿੱਥੇ ਨਾਟ ਪੁੱਛਿਆ ਕਿੱਥੇ ਨਾਟ ਨਹੀਂ ਪੁੱਛਿਆ ਹੋਇਆ। ਠੀਕ ਹੈ, ਵਾਸ ਨਾਟ ਅਟੈਕਡ ਬਾਈ ਦਾ ਬੰਦਾ ਸਿੰਘ ਬਹਾਦਰ। ਬੱਚੇ ਕਿਹੜੇ ਟਾਊਨ ਸੀ ਜਿਹੜਾ ਅਟੈਕ ਨਹੀਂ ਕੀਤਾ ਗਿਆ ਸੀ। ਬੇਸਿਕਲੀ ਆਪਣਾ ਮੇਨ ਮਕਸਦ ਤਾਂ ਬੰਦਾ ਸਿੰਘ ਬਹਾਦਰ ਜੀ ਦਾ ਸੀਗਾ ਕਿ ਆਪਾਂ ਸਰਹੰਦ ਕੈਪਚਰ ਕਰਨਾ, ਕਰ ਵੀ ਲਿਆ ਸੀ। ਠੀਕ ਹੈ, ਸੋ ਕਿਹੜਾ ਨਹੀਂ ਕੀਤਾ ਗਿਆ ਸੀ ਬੱਚੇ, ਕੋਈ ਬੱਚਾ ਦੱਸ ਸਕਦਾ ਇਹਦਾ ਆਨਸਰ। ਗੀਤਾ ਕੰਬੋਜ ਕਹਿ ਰਹੇ ਨੇ ਡੀ, ਸ਼ਾਬਾਸ਼, ਵੈਰੀ ਗੁੱਡ ਰਜਿੰਦਰ, ਹੈਲੋ। ਬੱਚੇ ਇਹਦਾ ਜਿਹੜਾ ਆਨਸਰ ਸੀ, ਦਾ ਆਨਸਰ ਇਸ ਲਾਹੌਰ। ਠੀਕ ਹੈ, ਲਾਹੌਰ ਉੱਤੇ ਹਮਲਾ ਨਹੀਂ ਕੀਤਾ ਗਿਆ ਸੀ। ਠੀਕ ਹੈ ਜੀ, ਚਲੋ ਸਿੰਪਲ ਕੁਐਸਚਨ ਸੀ। ਕੈਥਲ ਹੋ ਗਿਆ, ਸਮਾਰੀਆ ਹੋ ਗਿਆ, ਬਿਲਾਸਪੁਰ, ਇਹ ਤਾਂ ਬੱਚੇ ਕੈਪਚਰ ਕਰ ਚੁੱਕੇ ਸੀਗੇ। ਆਲਰਾਈਟ, ਅਗਲਾ ਕੁਐਸਚਨ ਦੇਖੀਏ। ਵਿਚ ਇਜ਼ ਨਾਟ ਕਰੈਕਟਲੀ ਮੈਚਡ। ਬੱਚੇ ਇਹ ਇੱਕ ਇਹੋ ਜਿਹਾ ਕੁਐਸਚਨ ਹੈ ਨਾ ਮਿਸਲਸ ਵਾਲਾ, ਮਿਸਲਸ ਐਂਡ ਫਾਊਂਡਰਸ। ਤੁਸੀਂ ਉਹਨੂੰ PCS ਦੇ PPSC ਦੇ ਹਰੇਕ ਐਗਜ਼ਾਮ 'ਚ ਰੈਪੀਟਿਡਲੀ ਦੇਖੋਗੇ ਹੀ ਦੇਖੋਗੇ। ਤੇ ਅਸੀਂ ਬੱਚਿਆਂ ਨੂੰ ਦੇਖਦੇ ਹਾਂ ਇਹੀ ਫਾਊਂਡਰਸ, ਇਸ ਮਿਸਲ ਦੇ ਫਾਊਂਡਰ ਯਾਦ ਕਰਨ ਦੇ ਵਿੱਚ ਉਹ ਕਿੰਨਾ ਜ਼ਿਆਦਾ ਸਟਰਗਲ ਕਰਦੇ ਨੇ। ਸੋ ਬੱਚੇ ਆਪਾਂ ਇਹ ਛੋਟੀਆਂ ਗਲਤੀਆਂ ਜਿਹੜੀਆਂ ਨੇ ਆਪਾਂ ਉਹ ਨਹੀਂ ਕਰਨੀਆਂ, ਕਿਉਂਕਿ ਜਿਹੜੀ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਨਾ ਉਹ ਸਿੰਪਲ ਕੁਐਸਚਨਸ ਹੀ ਕਰਾਉਂਦੇ ਨੇ। ਸਿੰਪਲ ਕੁਐਸਚਨਸ ਹੀ ਤੁਹਾਡੀ ਸਿਲੈਕਸ਼ਨ ਕਰਾਉਂਦੇ ਨੇ। ਤੁਸੀਂ ਜਿਹੜੇ ਡਿਫਿਕਲਟ ਕੁਐਸਚਨਸ ਹੁੰਦੇ ਨੇ ਨਾ ਉਹਦੇ ਵਿੱਚੋਂ ਆਪਣੇ ਨੈਗੇਟਿਵ ਮਾਰਕਿੰਗ ਬਚਾਉਣੀ ਹੁੰਦੀ ਹੈ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਚਲੋ ਦੇਖੀਏ ਜੀ। ਸ਼ੁਕਰ ਚੱਕੀਆ ਮਿਸਲ ਦੇ ਨੌਦ ਸਿੰਘ, ਠੀਕ ਹੈ ਜੀ। ਨਿਸ਼ਾਨ ਵਾਲੀਆ ਮਿਸਲ ਦੇ ਦਸੌਂਦਾ ਸਿੰਘ, ਭੰਗੀ ਮਿਸਲ ਦੇ ਹਰੀ ਸਿੰਘ, ਨਕਈ ਮਿਸਲ ਦੇ ਕਹਿ ਰਹੇ ਜੈ ਸਿੰਘ ਨੇ। ਬੱਚੇ ਡੀ ਇਜ਼ ਦਾ ਕਰੈਕਟ ਆਪਸ਼ਨ, ਬਿਕੋਜ਼ ਨਕਈ ਮਿਸਲ ਦੇ ਜਿਹੜੇ ਫਾਊਂਡਰ ਨੇ ਉਹ ਜੈ ਸਿੰਘ ਨਹੀਂ ਹੈਗੇ। ਠੀਕ ਹੈ ਜੀ, ਹੁਣ ਤੁਸੀਂ ਮੈਨੂੰ ਐਂ ਦੱਸੋ ਜੈ ਸਿੰਘ ਕਿਹਦੇ ਫਾਊਂਡਰ ਨੇ। ਮੈਂ ਬੱਚਿਆਂ ਨੂੰ ਕਿੱਦਾਂ ਯਾਦ ਕਰਾਉਣਾ ਤੁਹਾਨੂੰ ਮੈਂ ਅੱਗੇ ਵੀ ਦੱਸੂਗਾ ਕਿ ਜੈ ਸਿੰਘ ਨੇ ਉਹ ਕਿਹੜੀ ਮਿਸਲ ਦੇ ਫਾਊਂਡਰ ਨੇ। ਵੈਰੀ ਗੁੱਡ ਜੀ, ਓਕੇ ਹਰਮਨਜੋਤ ਕੌਰ, ਆਪਾਂ ਆਰਾਮ ਨਾਲ ਕਰਾਂਗੇ। ਤੁਹਾਡੇ ਸਾਰੇ ਜੋ ਵੀ ਡਾਊਟਸ ਹੋਣਗੇ ਲੈਕਚਰ ਦੇ ਲਾਸਟ ਵਿੱਚ ਲਵਾਂਗੇ, ਤਾਂ ਕਿ ਆਪਾਂ ਨਾ ਹੁਣ ਤੁਸੀਂ ਮੇਰੇ ਨਾਲ ਬਣੇ ਰਹੋ। ਕੋਈ ਬੱਚਾ ਦੱਸ ਸਕਦਾ ਕਿ ਜੈ ਸਿੰਘ ਕਿਹਦੇ ਫਾਊਂਡਰ ਸੀਗੇ, ਕਿਹੜੀ ਮਿਸਲ ਦੇ ਫਾਊਂਡਰ ਸੀਗੇ। ਜੈ ਕਨਈਆ ਲਾਲ ਕੀ। ਮੈਂ ਬੱਚੇ ਨੂੰ ਇਦਾਂ ਯਾਦ ਕਰਾਉਣਾ ਹੁੰਦਾ, ਠੀਕ ਹੈ, ਕਿ ਜੈ ਕਨਈਆ ਲਾਲ ਕੀ ਤੋਂ ਯਾਦ ਰੱਖ ਲਿਓ ਬੱਚੇ, ਜੈ ਸਿੰਘ ਜਿਹੜੇ ਸੀ ਕਨਈਆ ਮਿਸਲ ਦੇ ਜਿਹੜੇ ਫਾਊਂਡਰ ਸੀਗੇ। ਠੀਕ ਹੈ ਜੀ, ਸਿੰਪਲ ਕੁਐਸਚਨ ਸੀਗਾ, ਇਹਦੇ ਵਿੱਚ ਕੋਈ ਜ਼ਿਆਦਾ ਡਿਫਿਕਲਟੀ ਨਹੀਂ ਹੈਗੀ ਨਹੀਂ ਸੀ। ਅੱਗਾ ਦੇਖੋ ਬੱਚੇ, ਕਹਿੰਦੇ ਗਿਵਨ ਬਿਲੋ ਆਰ ਦਾ 4 ਇੰਪੋਰਟੈਂਟ ਇਵੈਂਟਸ ਫਰੋਮ ਦਾ ਸਿੱਖ ਹਿਸਟਰੀ। ਸਿੱਖਾਂ ਦੀ ਹਿਸਟਰੀ ਵਿੱਚੋਂ ਬੱਚੇ 4 ਬਹੁਤ ਹੀ ਇੰਪੋਰਟੈਂਟ ਇਵੈਂਟਸ ਨੇ ਤੇ ਉਹਨਾਂ ਨੂੰ ਤੁਸੀਂ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਸੈੱਟ ਕਰਨਾ ਹੈ। ਇਹ ਕੁਐਸਚਨ ਸੀ। ਛੋਟਾ ਘੱਲੂਕਾਰਾ ਹੋ ਗਿਆ, ਠੀਕ ਹੈ, ਐਗਜ਼ੀਕਿਊਸ਼ਨ ਆਫ ਭਾਈ ਮਨੀ ਸਿੰਘ ਜੀ ਹੋ ਗਏ, ਵੱਡਾ ਘੱਲੂਕਾਰਾ ਕਦੋਂ ਹੋਇਆ, ਠੀਕ ਹੈ, ਉਸ ਤੋਂ ਬਾਅਦ ਕੀ ਪੁੱਛਿਆ ਗਿਆ, ਐਗਜ਼ੀਕਿਊਸ਼ਨ ਆਫ ਬੰਦਾ ਸਿੰਘ, ਬਾਬਾ ਬੰਦਾ ਸਿੰਘ ਬਹਾਦਰ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਤੁਹਾਨੂੰ ਮੈਂ ਹੁਣੇ ਦੱਸ ਚੁੱਕਿਆ ਬੱਚੇ 1716 ਦੇ ਵਿੱਚ ਜਿਹੜਾ ਹੈ ਐਗਜ਼ੀਕਿਊਸ਼ਨ ਹੋਈ। ਵੱਡਾ ਘੱਲੂਕਾਰੇ ਦੀ ਕੋਈ ਬੱਚਾ ਦੱਸ ਸਕਦਾ ਹੋਵੇ ਫਟਾਫਟ ਨਾਲ ਚੈਟ ਬਾਕਸ ਦੇ ਵਿੱਚ ਰਿਸਪੌਂਸ ਦੇ ਯਾਰ ਕਰੋ, ਦੇਈ ਜਾਓ। ਠੀਕ ਹੈ ਜੀ, ਵੱਡਾ ਘੱਲੂਕਾਰਾ ਕਦੋਂ ਹੋਇਆ ਸੀ ਬੱਚੇ 1762 ਦੇ ਵਿੱਚ। ਭਾਈ ਮਨੀ ਸਿੰਘ ਦੀ ਐਗਜ਼ੀਕਿਊਸ਼ਨ ਬੱਚੇ 1737 ਦੇ ਵਿੱਚ। ਤੇ ਛੋਟੇ ਘੱਲੂਕਾਰੇ ਕਦੋਂ ਹੋਇਆ ਸੀ ਬੱਚੇ 1746 ਦੇ ਵਿੱਚ। ਸੋ ਆਪਸ਼ਨ ਕੀ ਬਣੇ ਆਪਣੇ 4 2 1 3 4 2 1 3 ਬੱਚੇ B ਇਜ਼ ਦਾ ਕਰੈਕਟ ਆਪਸ਼ਨ, B ਇਜ਼ ਦਾ ਕਰੈਕਟ ਆਪਸ਼ਨ। ਠੀਕ ਹੈ ਜੀ, ਸੋ ਬੱਚੇ ਬਣੇ ਰਹੋ, ਦੇਖੋ ਵੀ ਕਿੱਦਾਂ ਦੇ ਕੁਐਸਚਨਸ ਪੁੱਛੇ ਜਾ ਰਹੇ ਨੇ। ਠੀਕ ਹੈ, ਉਸ ਤਰੀਕੇ ਨਾਲ ਆਪਣੀ ਪ੍ਰੈਪਰੇਸ਼ਨ ਹੈ ਜਿਹੜੀ ਸੈੱਟ ਕਰੋ। ਆਲਰਾਈਟ, ਚਲੋ ਆਪਾਂ ਅੱਗੇ ਦੇਖਦੇ ਹਾਂ ਅਗਲਾ ਕੁਐਸਚਨ ਕੀ ਹੈ। ਲੋ ਬੱਚੇ, ਅਗਲਾ ਕੁਐਸਚਨ ਹੈਗਾ ਜੀ, ਇੱਧਰ ਆਪਣੇ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟਸ ਹੋਈਆਂ ਜਿਹੜੀਆਂ, ਨਾਲ ਉਹਨਾਂ ਦੇ ਫਾਊਂਡਰਸ, ਉਹਨਾਂ ਨੂੰ ਮੈਚ ਦਾ ਫੋਲੋਇੰਗ ਕਰਨਾ ਹੈ। ਸੋ ਇਦਾਂ ਦੇ ਕੁਐਸਚਨ ਪੁੱਛੇ ਗਏ। ਸੋ ਜੀ ਇਹ ਦੇਖਿਆ ਜਾਵੇ, ਓਕੇ, ਆਰਿਆ ਸਮਾਜ ਤੁਹਾਨੂੰ ਸਾਰਿਆਂ ਨੂੰ ਪਤਾ ਹੋ, ਦਇਆਨੰਦ ਸਰਸਵਤੀ ਪਰ ਡੀ ਸਾਰੇ ਬੱਚੇ ਇੱਕੋ ਹੀ ਹੈ। ਠੀਕ ਹੈ ਜੀ, ਫਿਰ ਨਾਮਧਾਰੀ ਮੂਵਮੈਂਟ ਦੇ ਕੌਣ ਸੀ ਬੱਚੇ, ਨਾਮਧਾਰੀ ਮੂਵਮੈਂਟ ਦੇ ਕੌਣ ਸੀਗੇ ਜੀ, ਦੱਸੋ ਕੋਈ ਬੱਚਾ ਦੱਸ ਸਕਦਾ ਹੋਵੇ। ਬਾਬਾ ਬਾਲਕ ਸਿੰਘ। ਠੀਕ ਹੈ ਜੀ, ਨਿਰੰਕਾਰੀ ਮੂਵਮੈਂਟ ਦੇ ਕੌਣ ਸੀਗੇ ਜੀ, ਨਿਰੰਕਾਰੀ ਮੂਵਮੈਂਟ ਦੇ ਕੋਈ ਬੱਚਾ ਦੱਸ ਸਕਦਾ ਹੋਵੇ, ਦੱਸੋ ਜੀ। ਕੋਈ ਬੱਚਾ ਰਿਸਪੌਂਸ ਨਹੀਂ ਦੇ ਰਿਹਾ। ਚਲੋ, ਨਿਰੰਕਾਰੀ ਮੂਵਮੈਂਟ ਦੇ ਬੱਚੇ ਕੌਣ ਸੀਗੇ, ਨਿਰੰਕਾਰੀ ਮੂਵਮੈਂਟ ਦੇ ਬੱਚੇ ਸੀਗੇ ਆਪਣੇ ਦਿਆਲ ਦਾਸ। ਠੀਕ ਹੈ ਜੀ, ਦਿਆਲ ਦਾਸ। ਓਕੇ ਜੀ, ਸੋ ਆਪਸ਼ਨ ਕਿਹੜਾ ਬੱਚਾ ਆਪਣਾ ਬਣ ਰਿਹਾ, C ਇਜ਼ ਦਾ ਕਰੈਕਟ ਆਪਸ਼ਨ, C ਇਜ਼ ਦਾ ਕਰੈਕਟ ਆਪਸ਼ਨ। ਐਂਡ ਰਾਧਾ ਸਵਾਮੀ ਮੂਵਮੈਂਟ ਦੇ ਕੌਣ ਸੀ ਬੱਚੇ, ਸ਼ਿਵ ਦਿਆਲ ਜੀ। ਸੋ ਬੱਚੇ ਬਹੁਤ ਹੀ ਸਿੰਪਲ ਕੁਐਸਚਨਸ ਨੇ, ਸਿੰਪਲ ਫਾਊਂਡਰਸ ਨਾਲ ਮੈਚ ਕਰਨਾ ਹੈ। ਸੋ ਕਹਿ ਦਈਏ ਵੀ ਤਰੀਕੇ ਨਾਲ, ਤੇ ਕੁਐਸਚਨਸ ਜਿਹੜਾ ਸਿੰਪਲ ਹੀ ਸੀ 2015 ਦੇ ਵਿੱਚ, ਪਰ ਹੁਣ ਟ੍ਰੈਂਡ ਕਿੱਦਾਂ ਚੇਂਜ ਹੋ ਰਿਹਾ ਮੈਂ ਉਸ ਚੀਜ਼ ਬਾਰੇ ਵੀ ਗੱਲ ਕਰੂੰਗਾ। 2015 ਵਿੱਚ ਸਿੰਪਲ ਕੁਐਸਚਨਸ ਪੁੱਛੇ ਗਏ, 2018 ਦੇ ਵਿੱਚ ਜਿਹੜਾ ਹੈ ਥੋੜਾ ਜਿਹਾ ਕਰੰਟ ਅਫੇਅਰ ਨਾਲ ਰਿਲੇਟ ਕਰਕੇ ਪੁੱਛਿਆ ਗਿਆ, 2021 ਦੇ ਵਿੱਚ ਹੋਰ ਕਰੰਟ ਨਾਲ ਰਿਲੇਟ ਕੀਤਾ ਗਿਆ,
ਹੁਣ ਜਿਵੇਂ ਜਿਵੇਂ ਉਹ ਆਪਣੀ ਫਿਲਾਸਫੀ ਚੇਂਜ ਕਰ ਰਹੇ ਨੇ ਪੀਪੀਐਸਸੀ ਵਾਲੇ, ਉਹ ਚੀਜ਼ ਵੀ ਬੱਚੇ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ, ਉਸ ਤਰੀਕੇ ਨਾਲ ਆਪਾਂ ਪ੍ਰੈਪਰੇਸ਼ਨ ਕਰਾਂਗੇ। ਬਟ ਸਟਿਲ ਇੱਕ ਭੂਮਿਕਾ ਬੰਨੀ ਜਾ ਰਹੀ ਹੈ ਬੱਚੇ, ਤੁਹਾਨੂੰ ਇੱਕ ਮਾਈਂਡ ਨੂੰ ਕਲੈਰਿਟੀ, ਜਿਹੜੇ ਬੱਚੇ ਨਵੇਂ ਨੇ ਨਾ ਉਹਨਾਂ ਨੂੰ ਕਲੈਰਿਟੀ ਆਵੇ, ਸਟਰਕਚਰਿੰਗ ਬੜੇ ਮਾਈਂਡ ਦੀ, ਤਾਂ ਕਰਕੇ ਮੈਂ ਪੁਰਾਣੇ ਪੇਪਰ ਤੁਹਾਡੇ ਨਾਲ ਸੋਲਵ ਕਰ ਰਿਹਾ। ਲੋ ਬੱਚੇ, ਅਗਲਾ ਕਹਿੰਦਾ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਅਕਾਲੀ ਮੂਵਮੈਂਟ। ਤਿੰਨ ਦੀਆਂ ਤਿੰਨ ਸਟੇਟਮੈਂਟਸ ਬੱਚੋ ਬਿਲਕੁਲ ਠੀਕ ਸੀਗੀਆਂ। ਦੇਖਿਆ ਪੜ੍ਹਦੇ ਆ। ਦ ਅਕਾਲੀ ਮੂਵਮੈਂਟ ਸਟਾਰਟਡ ਵਿਦ ਦ ਆਬਜੈਕਟਿਵ ਆਫ ਫਰੀਇੰਗ ਦ ਗੁਰਦੁਆਰਾਸ ਫਰੋਮ ਦੀ ਕੰਟਰੋਲ ਆਫ ਮਹੰਤ। ਮਹੰਤਾਂ ਤੋਂ ਛਡਾਉਣ ਵਾਸਤੇ ਗੁਰਦੁਆਰਿਆਂ ਨੂੰ ਅਕਾਲੀ ਮੂਵਮੈਂਟ ਸਟਾਰਟ ਕੀਤੀ ਗਈ। ਬਿਲਕੁਲ ਠੀਕ। ਮਹੰਤਸ ਵਰ ਲੋਇਲ ਟੂ ਦਾ ਬ੍ਰਿਟਿਸ਼ ਰਜੀਮ। ਗੋਰਿਆਂ ਦੇ ਬੱਚੇ ਉਹ ਲੋਇਲ ਸੀਗੇ। ਬਿਲਕੁਲ ਠੀਕ। ਜਲਿਆਂਵਾਲਾ ਮੈਸੇਕੇਰ ਤੋਂ ਬਾਅਦ ਤਾਂ ਮਹੰਤਾਂ ਨੇ ਜਨਰਲ ਡਾਇਰ ਨੂੰ ਹਰਮੰਦਰ ਸਾਹਿਬ ਦੇ ਵਿੱਚ ਸਰੋਪੇ ਵੀ ਪਾਈ ਸੀ। ਠੀਕ ਹੈ। ਤੀਜੀ ਸਟੇਟਮੈਂਟ ਵਿੱਚ ਬਿਲਕੁਲ ਠੀਕ ਹੈ। ਜਨਰਲ ਡਾਇਰ ਦ ਪਰਪੈਟਰਰ ਆਫ ਜਲਿਆਂਵਾਲਾ ਬਾਗ ਮੈਸੇਕੇਰ ਵਾਸ ਆਨਰਡ ਇਨ ਦ ਗੋਲਡਨ ਟੈਂਪਲ। ਸੋ ਬੱਚੇ ਆਲ ਆਫ ਦ ਅਬਵ ਇਜ਼ ਦ ਕਰੈਕਟ ਆਂਸਰ। ਤਿੰਨ ਦੀਆਂ ਤਿੰਨ ਸਟੇਟਮੈਂਟ ਬੱਚੇ ਬਹੁਤ ਹੀ ਕਰੈਕਟ ਨੇ। ਤੇ ਇਹ ਸਾਰਾ ਇਵੈਂਟ ਆ ਜਿਹੜੇ ਜਿੱਦਾਂ ਕੇਸ ਤੋਂ ਬਾਅਦ ਨਨਕਾਣਾ ਸਾਹਿਬ ਮੈਸੇਕੇਰ ਹੋਇਆ, ਜੈਤੋ ਮੋਰਚਾ ਹੋਇਆ, ਸੋ ਬੱਚੇ ਉਹਨੂੰ ਆਪਾਂ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਆਪਾਂ ਕਰਾਂਗੇ। ਠੀਕ ਹੈ ਜੀ। ਦਿਆਲਦਾਸ, ਵੈਰੀ ਗੁੱਡ, ਸ਼ਾਬਾਸ਼ ਸ਼ਾਬਾਸ਼, ਵੈਰੀ ਗੁੱਡ ਜੀ। ਚਲੋ ਬੱਚੇ ਅੱਗੇ ਦੇਖਦੇ ਹਾਂ ਅਗਲਾ ਕੁਐਸਚਨ ਕੀ ਹੈ। ਸੋ ਬੱਚੇ ਇਹ ਤਾਂ ਹੋ ਗਏ ਪ੍ਰੀ ਦੇ ਬੇਸਿਕਲੀ। ਹੁਣ ਪੰਜਾਬ ਜੀਕੇ ਦੇ ਵਿੱਚ ਆਪਾਂ 2015 ਦੇ 2015 ਦੇ ਮੇਨਸ ਦੇ ਕੁਐਸਚਨਸ ਦੇਖ ਲਈਏ। ਟੋਟਲ 8 ਕੁਐਸਚਨਸ ਬੱਚੇ ਪੁੱਛੇ ਗਏ ਸੀ। ਠੀਕ ਹੈ। 8 ਕੁਐਸਚਨਸ ਪੁੱਛੇ ਗਏ ਸੀ, ਜਿਹਦੇ ਵਿੱਚੋਂ ਹਿਸਟਰੀ ਦੇ ਬੱਚੇ 2 ਕੁਐਸਚਨਸ ਆਏ ਨੇ। 2 ਕੁਐਸਚਨ ਹਿਸਟਰੀ ਦੇ ਆਏ ਨੇ। ਠੀਕ ਹੈ। ਅੱਗੇ ਜੰਮੇ ਵੀ ਅੱਜ, ਕਿਉਂਕਿ ਆਪਾਂ ਹਿਸਟਰੀ ਲੈ ਰਹੇ ਹਾਂ ਪੰਜਾਬ ਜੀਕੇ ਦੀ, ਤਾਂ ਆਪਾਂ ਹਿਸਟਰੀ ਤੇ ਹੀ ਰਵਾਂਗੇ। ਜੇ ਮੈਂ ਤੁਹਾਨੂੰ ਓਵਰਆਲ ਦੱਸਾਂ ਬੱਚੇ, ਓਵਰਆਲ ਦਾ 1350 ਮਾਰਕਸ ਦਾ ਜਿਹੜਾ ਮੇਨਸ ਐਗਜ਼ਾਮ ਹੁੰਦਾ ਹੈ। ਮੇਨਸ ਕਿੰਨੇ ਦਾ ਹੁੰਦਾ ਬੱਚੇ? 1350 ਦਾ, 1350 ਮਾਰਕਸ ਦਾ। ਉਹਦੇ ਵਿੱਚੋਂ ਜੇ ਮੈਂ ਪੰਜਾਬੀ ਲੈਂਗੁਏਜ ਜਾਂ ਇੰਗਲਿਸ਼ ਲੈਂਗੁਏਜ ਜਾਂ ਐਸੇ ਕੱਢ ਦੇਵਾਂ ਤਾਂ ਪਿੱਛੇ ਬੱਚੇ 1000 ਮਾਰਕਸ ਰਹਿ ਗਏ। 1000 ਮਾਰਕਸ ਵਿੱਚੋਂ 2015 ਦੇ ਵਿੱਚ 2015 ਦੇ ਵਿੱਚ ਮੇਨਸ ਵਿੱਚੋਂ 100 ਮਾਰਕਸ ਦੇ ਕੁਐਸਚਨਸ ਸਿਰਫ ਪੰਜਾਬ ਜੀਕੇ ਚੋਂ ਪੁੱਛੇ ਗਏ ਨੇ। ਮਤਲਬ ਕਿ 10% ਵੇਟੇਜ ਹੈ, ਜਿਹੜੀ ਕਿ ਬਹੁਤ ਜ਼ਿਆਦਾ ਵੇਟੇਜ ਹੈ, ਤੇ ਬਹੁਤ ਸਿੰਪਲ ਜਿਹੜੇ ਜਿਹੜੇ ਨੰਬਰ ਨੇ ਆਪਾਂ ਲੈ ਸਕਦੇ ਹਾਂ, ਫੈਚ ਕਰ ਸਕਦੇ ਹਾਂ। ਇਹ ਚੀਜ਼ ਦੀ ਇੰਪੋਰਟੈਂਸ ਦੱਸਣ ਲਈ ਅਸੀਂ ਇਹ ਤੁਹਾਨੂੰ ਜਿਹੜੀ ਇਹ ਸੀਰੀਜ਼ ਸਟਾਰਟ ਕੀਤੀ ਹੈ। ਤਾਂ ਹੀ ਅਸੀਂ ਪੰਜਾਬ ਜੀਕੇ ਨੂੰ ਅਲੱਗ ਕੰਪੋਨੈਂਟ, ਐਜ਼ ਅ ਸਪੈਸ਼ਲ ਕੰਪੋਨੈਂਟ ਅਸੀਂ ਡੀਲ ਕਰ ਰਹੇ ਹਾਂ। ਉਹਨੂੰ ਵੀ ਅੱਗੇ ਬ੍ਰੇਕ ਕਰਕੇ, ਠੀਕ ਹੈ, ਉਹਨੂੰ ਵੀ ਅੱਗੇ ਬ੍ਰੇਕ ਕਰਕੇ ਪੰਜਾਬ ਹਿਸਟਰੀ, ਪੰਜਾਬ ਜਿਓਗ੍ਰਾਫੀ ਅੱਡ ਕਰਕੇ ਤੁਹਾਨੂੰ ਅਸੀਂ ਡੀਲ ਕਰਵਾ ਰਹੇ ਹਾਂ। ਬੱਚੇ ਇਹ ਚੀਜ਼ ਧਿਆਨ 'ਚ ਰੱਖਣੀ ਹੈ। ਠੀਕ ਹੈ। ਸੋ ਆਪਾਂ ਅੱਗੇ ਦੇਖਦੇ ਹਾਂ। ਹੁਣ ਦੇਖਦੇ ਹਾਂ ਕਿਹੜੇ ਕੁਐਸਚਨਸ ਪੁੱਛੇ ਗਏ ਸੀ। ਲਓ ਜੀ, ਕਹਿੰਦੇ ਕ੍ਰਿਟੀਕਲੀ ਐਗਜ਼ਾਮਿਨ ਦ ਰੋਲ ਆਫ ਲਾਲਾ ਲਾਜਪਤ ਰਾਏ ਇਨ ਦ ਪੋਲੀਟੀਕਲ ਐਂਡ ਸੋਸ਼ਲ ਅਪਲਿਫਟਮੈਂਟ ਆਫ ਦ ਕੰਟਰੀ। ਲਾਲਾ ਲਾਜਪਤ ਰਾਏ ਜਿਹੜੀ ਕਿ ਬਹੁਤ ਹੀ ਹਿਸਟੋਰੀਕਲ ਕਹਿ ਦਈਏ ਵੀ ਇੰਪੋਰਟੈਂਟ ਪਰਸਨੈਲਿਟੀ ਸੀ ਪੰਜਾਬ ਦੀ। ਸੋ ਟਾਈਮ ਟੂ ਟਾਈਮ ਕੁਐਸਚਨਸ ਇੰਪੋਰਟੈਂਟ ਪਰਸਨੈਲਿਟੀਜ਼ ਦੇ ਵਿੱਚੋਂ ਪੁੱਛੇ ਜਾਂਦੇ ਨੇ ਪ੍ਰੀ ਤੇ ਮੇਨਸ ਦੇ ਵਿੱਚ। ਹੁਣ ਇਹਨਾਂ ਨੇ ਪੁੱਛਿਆ ਵੀ ਕ੍ਰਿਟੀਕਲੀ ਐਗਜ਼ਾਮਿਨ ਕਰੋ। ਹੁਣ ਤੁਸੀਂ ਇਹਨੂੰ ਕਿੱਦਾਂ ਆਨਸਰ ਕਰੋਗੇ ਬੱਚੇ? ਤੁਸੀਂ ਇਹਨੂੰ ਆਨਸਰ ਕਰੋਗੇ ਉਹਦੇ ਪੋਜ਼ਿਟਿਵ ਪੁਆਇੰਟਸ ਵੀ ਦੱਸ ਕੇ, ਉਹਦੇ ਨੈਗੇਟਿਵ ਪੁਆਇੰਟਸ ਵੀ ਦੱਸ ਕੇ, ਤੇ ਨਾਲ ਲਾਸਟ ਦੇ ਵਿੱਚ ਇੱਕ ਬੈਲੈਂਸਡ ਕਨਕਲੂਜਨ ਦੇਣੀ ਹੁੰਦੀ ਹੈ। ਸੋ ਇਹ ਜਿਹੜੀ ਮੇਨਸ ਆਨਸਰ ਰਾਈਟਿੰਗ ਹੈ, ਇਹ ਵੀ ਆਪਾਂ ਟਾਈਮ ਟੂ ਟਾਈਮ ਥੋੜੀ ਡਿਵੈਲਪ ਕਰਵਾਵਾਂਗੇ। ਠੀਕ ਹੈ। ਤੁਹਾਨੂੰ ਕੁਐਸਚਨਸ ਵੀ ਦਵਾਂਗੇ, ਤੁਹਾਨੂੰ ਮਾਡਲ ਆਨਸਰਸ ਵੀ ਦਵਾਂਗੇ, ਤਾਂ ਕਿ ਆਪਾਂ ਪੰਜਾਬ ਜੀਕੇ ਦੇ ਵਿੱਚੋਂ ਮੈਕਸਿਮਮ ਮਾਰਕਸ ਸਕੋਰ ਕਰੀਏ ਤੇ ਆਪਾਂ ਇੱਕ ਵਧੀਆ ਪੋਸਟ ਲਈਏ। ਠੀਕ ਹੈ ਜੀ। ਸੋ ਅਗਲਾ ਕੁਐਸਚਨ ਦੇਖੋ ਬੱਚੇ, ਮੈਂ ਤੁਹਾਨੂੰ ਪਹਿਲਾਂ ਬਿਲਕੁਲ ਸਟਾਰਟਿੰਗ ਦੇ ਵਿੱਚ ਸਿਲੇਬਸ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਿਲੇਸ਼ਨ ਬ੍ਰਿਟਿਸ਼ਰਸ ਨਾਲ, ਮਹਾਰਾਜਾ ਰਣਜੀਤ ਸਿੰਘ ਦੀ ਸਿਵਲ ਐਡਮਿਨਿਸਟ੍ਰੇਸ਼ਨ ਤੇ ਮਿਲਟਰੀ ਐਡਮਿਨਿਸਟ੍ਰੇਸ਼ਨ। ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਈਸ ਐਂਡ ਫਾਲ। ਸੋ ਬੱਚੇ ਉਹਦੇ ਤੇ ਕੁਐਸਚਨ ਬਿਲਕੁਲ ਡਾਇਰੈਕਟ ਪੁੱਛਿਆ ਗਿਆ, ਗਿਵ ਏ ਬਰੀਫ ਅਕਾਊਂਟ ਆਫ ਮਹਾਰਾਜਾ ਰਣਜੀਤ ਸਿੰਘ ਰਿਲੇਸ਼ਨ ਵਿਦ ਦ ਬ੍ਰਿਟਿਸ਼। ਚਾਰ ਜਿਹੜੀਆਂ ਟ੍ਰੀਟੀ ਸੀ, 3 ਟ੍ਰੀਟੀਆਂ ਸੀਗੀਆਂ ਆਪਾਂ ਇਹਦੇ ਵਿੱਚ ਜਿਹੜੀਆਂ ਲਿਖਣੀਆਂ ਨੇ, ਜਿੱਦਾਂ ਕਿ ਟ੍ਰੀਟੀ ਆਫ ਟ੍ਰੀਟੀ ਆਫ ਅੰਮ੍ਰਿਤਸਰ 1809, ਟ੍ਰਾਈਪਾਰਟਾਈਟ ਟ੍ਰੀਟੀ 1828, ਠੀਕ ਹੈ 1838, ਟ੍ਰੀਟੀ ਆਫ ਲਾਹੌਰ 1846, ਟ੍ਰੀਟੀ ਆਫ ਬਹਿਰੋਵਾਲ 1800, ਸੈਕਿੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਵਾਲੀ। ਸੋ ਬੱਚੇ ਉਹਦੇ ਨਾਲ ਸਾਰਾ ਜਿਹੜਾ ਰਿਲੇਸ਼ਨ ਹੈ ਆਪਣਾ ਬ੍ਰਿਟਿਸ਼ਰਸ ਨਾਲ ਜਿਹੜਾ ਹੈ ਕੀ ਹੋ ਜਾਊਗਾ ਬੱਚੇ, ਐਕਸਪਲੇਨ ਹੋ ਜਾਊਗਾ। ਅੱਗੇ ਕੀ ਪੁੱਛਿਆ ਹੈ ਕੁਐਸਚਨ ਦੇ ਵਿੱਚ, ਵਾਈ ਡਿਡ ਦ ਬ੍ਰਿਟਿਸ਼ ਕੀਪ ਕੋਵਿਟਸ ਆਈ ਔਨ ਪੰਜਾਬ। ਪੰਜਾਬ ਤੇ ਇੱਕ ਮਤਲਬ ਕਹਿ ਦੀ ਪੁੱਠੀ ਅੱਖ ਕਿਉਂ ਰੱਖੀ ਹੋਈ ਸੀ ਬ੍ਰਿਟਿਸ਼ਰਸ ਨੇ? ਕਿਉਂਕਿ ਉਹ ਇੱਕ ਪੰਜਾਬ ਨੂੰ ਇੱਕ ਬਫਰ ਸਟੇਟ ਬਣਾਉਣਾ ਚਾਹੁੰਦੇ ਸੀ, ਤਾਂ ਕਿ ਉਹ ਰੂਸੀ ਤਾਕਤਾਂ ਤੋਂ ਜਾਂ ਅਦਰ ਹੋਰ ਜਿਹੜੀਆਂ ਪਾਵਰ ਸੀ ਉਹ ਤੋਂ ਬਚਾਇਆ ਜਾ ਸਕੇ ਪੰਜਾਬ ਨੂੰ। ਠੀਕ ਹੈ। ਸੋ ਚੱਲਦੇ ਆਪਾਂ ਅੱਗੇ। ਸੇ 2 ਕੁਐਸਚਨ ਪੁੱਛੇ ਗਏ ਨੇ, ਯਾਨੀ ਕਿ 25 ਮਾਰਕਸ ਸਿਰਫ ਪੰਜਾਬ ਜੀਕੇ ਦੇ ਹਿਸਟਰੀ ਕੰਪੋਨੈਂਟ ਦੇ ਵਿੱਚ। ਹਜੇ ਤਾਂ ਆਪਾਂ ਜਿਓਗ੍ਰਾਫੀ ਚੱਕਾਂਗੇ, এনवायरमेंट ਚੱਕਾਂਗੇ। 100 ਕੁਐਸਚਨ ਦਾ ਸਿਰਫ 100 ਮਾਰਕਸ ਦਾ
2015 ਦੇ ਵਿੱਚ ਹੀ ਜਿਹੜਾ ਹੈ ਕੁਐਸਚਨਸ ਪੁੱਛੇ ਗਏ ਨੇ। ਚਲੋ ਅੱਗੇ ਦੇਖੀਏ ਬੱਚੇ, ਹੁਣ ਆਪਾਂ ਆ ਗਏ 2018 2018 ਵਿੱਚ ਕਿੰਨੇ ਕੁਐਸਚਨ ਪੁੱਛੇ ਗਏ ਨੇ? 11 ਕੁਐਸਚਨ 11 ਕੁਐਸਚਨ ਪੁੱਛੇ ਗਏ ਨੇ ਬੱਚੇ। ਹੁਣ ਆਪਾਂ ਦੇਖੀਏ ਇਹਦੇ ਵਿੱਚ ਹਿਸਟਰੀ ਚੋਂ ਕਹਿੰਦੇ ਵੀ 2 ਕੁਐਸਚਨ ਪੁੱਛੇ ਗਏ ਨੇ, ਮੇਰੇ ਖਿਆਲ ਨਾਲ 2 ਕੁਐਸਚਨ ਪੁੱਛੇ ਗਏ ਨੇ, ਇਹ 'ਚ ਮੈਂ ਇੱਕ ਲੱਗਿਆ ਹੋਇਆ, ਕੋਈ ਚੱਕਰ ਨਹੀਂ, 2 ਕੁਐਸਚਨ ਪੁੱਛੇ ਗਏ ਨੇ। ਹੁਣ ਦੇਖੋ ਇਹਦੇ ਵਿੱਚ ਹਿਸਟਰੀ, ਉਸ ਤੋਂ ਬਾਅਦ ਜੀਓਗ੍ਰਾਫੀ ਦੇ ਵਿੱਚੋਂ 4, ਫਿਰ AMC ਵਿੱਚੋਂ 2 ਤੇ ਫਿਰ ਕਰੰਟ ਅਫੇਅਰਸ ਤੋਂ 4। ਸਿਰਫ ਪੰਜਾਬ ਸਪੈਸੀਫਿਕ ਕਰੰਟ ਅਫੇਅਰਸ ਚੋਂ, ਪੰਜਾਬ ਸਪੈਸੀਫਿਕ ਕਰੰਟ ਅਫੇਅਰਸ ਦੀ ਅਸੀਂ ਬਹੁਤ ਹੀ ਜਲਦੀ ਕਲਾਸਿਸ ਅਸੀਂ ਆ ਜਿਹੜੀਆਂ ਲਾਂਚ ਕਰਨ ਜਾ ਰਹੇ ਹਾਂ, ਜਿਹੜੀ ਕਿ ਪਰ ਵੀਕ 1 ਕਲਾਸ ਹੋਇਆ ਕਰੂਗੀ। ਉਸ ਵੀਕ ਦੇ ਵਿੱਚ ਪਿਛਲੇ ਪੂਰੇ ਹਫਤੇ ਦੇ ਕਰੰਟ ਅਫੇਅਰਸ ਪੰਜਾਬ ਸਪੈਸੀਫਿਕ ਆਪਾਂ ਕਵਰ ਕਰਾਂਗੇ। ਸੋ ਬੱਚੇ ਰਾਜ IAS ਚੈਨਲ ਦਾ YouTube ਜਿਹੜਾ ਸਟੂਡੀਓ ਉਹਦੇ ਨਾਲ ਜੁੜੇ ਰਹਿਣਾ ਤਾਂ ਕਿ ਥੋੜੀ ਜਿਹੜੀ ਸਿਲੈਕਸ਼ਨ ਆ ਪੱਕੀ ਹੋ ਸਕੇ। ਆਲਰਾਈਟ, ਸੋ ਆਪਾਂ ਅੱਗੇ ਦੇਖਦੇ ਹਾਂ ਜੀ ਕਿਹੜੇ ਕੁਐਸਚਨ ਪੁੱਛੇ ਗਏ ਬੱਚੇ। ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਚੂੰਕਾਰ ਅਜ਼ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਵ ਸ਼ਮਸ਼ੀਰ ਦਸਤ, ਇਹਦੇ ਉੱਤੇ ਕੁਐਸਚਨ ਪੁੱਛਿਆ ਗਿਆ। ਕਹਿੰਦੇ ਦਿਸ ਵਰਸ ਇਜ਼ ਅ ਪਾਰਟ ਆਫ ਵਿਚ ਵਰਕ ਬਾਈ ਗੁਰੂ ਗੋਬਿੰਦ ਸਿੰਘ ਜੀ। ਲਿਟਰੇਚਰ ਦਾ ਪਾਰਟ, ਗੁਰੂ ਪੀਰੀਅਡ ਦੇ ਵਿੱਚੋਂ ਲਿਟਰੇਚਰ ਚੋਂ ਕੁਐਸਚਨ ਪੁੱਛਿਆ ਗਿਆ। ਥੋੜਾ ਜਿਹਾ ਕਹਿ ਦਈਏ ਵੀ ਆਪਾਂ ਨੂੰ ਟ੍ਰਿਕੀ ਕੁਐਸਚਨ ਸੀ ਬੱਚੇ। ਮੈਂ ਦੇਖਦਾ ਕੋਈ ਬੱਚਾ ਦੱਸ ਸਕਦਾ ਹੋਵੇ, ਬੱਚੇ ਆਨਸਰ ਵੀ ਦਿਆ ਕਰੋ ਨਾਲ। ਜਿਹੜੇ ਬੱਚੇ ਦੇਖ ਰਹੇ ਨੇ ਕੁਐਸਚਨ ਨੂੰ ਪ੍ਰੈਕਟਿਸ ਤਾਂ ਕਰਨੀ ਹੈ, ਤੁਸੀਂ ਉਹਨੂੰ ਅਟੈਂਪਟ ਵੀ ਕਰਕੇ ਦੇਖਿਆ ਕਰੋ ਨਾਲ। ਤੁਹਾਡੇ ਕਿਹੜੇ ਇੱਥੇ ਮਾਰਕਸ ਕੱਟ ਹੋ ਰਹੇ ਨੇ? ਮੈਂ ਤੁਹਾਨੂੰ ਕੋਈ ਜਾ ਕਹਿ ਦਈਏ ਵੀ ਹੈ ਨਾ, ਲੋਕੀ ਲਾਉਂਗੇ ਬੱਚੇ। ਹਰਮਨਜੋਤ ਕਰੇ ਚੰਡੀ ਦੀ ਵਾਰ ਚੋਂ ਬੱਚੇ 16-17 ਦੇ 17 ਬੱਚੇ ਜਿਹੜੇ ਦੇਖ ਰਹੇ ਲਾਈਵ ਨੇ, ਉਹ ਪਲੀਜ਼ ਇਹਨੂੰ ਅਟੈਂਪਟ ਕਰੋ, ਹੈ ਨਾ, ਤਾਂ ਕਿ ਤੁਹਾਨੂੰ ਵੀ ਥੋੜਾ ਜਿਹਾ ਟੇਸਟ ਮਿਲੇ, ਫਲੇਵਰ ਮਿਲੇ ਇਸ ਸੈਸ਼ਨ ਦਾ। PCS ਆਫਿਸਰ ਲੱਗਣਾ ਨਾ, ਟੇਸਟ ਲਓ ਮਾੜਾ ਜਿਹਾ। ਲੋ ਬੱਚੇ, ਇੱਕੋ ਹੀ ਬੱਚੇ ਨੇ ਆਨਸਰ ਦਿੱਤਾ, ਉਹਨੇ ਵੀ ਗੱਲ ਦਿੱਤਾ। ਸੰਦੀਪ ਝਲੂਰੀਆ ਕਹਿ ਰਹੇ ਨੇ ਜ਼ਫਰਨਾਮਾ। ਓਕੇ, ਕੋਈ ਹੋਰ ਬੱਚਾ ਦੱਸ ਸਕਦਾ ਹੋਵੇ? ਵੈਰੀ ਗੁੱਡ, शाबाश, बताओ। संदीप जलूरिया ने बिल्कुल करेक्ट आंसर दिता। आंसर इज जफरनामा, ओनली वर्क बाय गुरु गोबिंद सिंह जी, जेड़ा कि वेरी गुड संदीप जलूरिया। जसकीरत सिंह बिल्कुल ठीक है थोड़ा आंसर। ओनली वर्क बाय गुरु गोबिंद सिंह जेड़ा कि फारसी लैंग्वेज लिखा गया। ऑलराइट, आंसर की है जेदा जफरनामा। वेरी गुड। चलो बच्चे आप अगे देखते हैं, अगला क्वेश्चन की है। ਹੁਣ ਇਹ ਵੀ ਕਿਸੇ ਵਰਸ ਤੇ ਹੀ ਪਾਇਆ। ਕਹਿੰਦੇ ਐਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਇਹ ਬੱਚੇ ਗੁਰੂ ਨਾਨਕ ਦੇਵ ਜੀ ਦੀਆਂ ਲੈਣਾ ਨੇ, ਇਹ ਗੁਰੂ ਨਾਨਕ ਦੇਵ ਜੀ ਦੇ ਮੂੰਹ ਵਿੱਚੋਂ ਉਪਜੀਆਂ ਲੈਣਾ ਨੇ। ਪਰ ਕਦੋਂ ਉਪਜੀਆਂ ਸੀ? ਕੁਐਸਚਨ ਇਹ ਬੈਠਦਾ ਵੀ ਕਿਹਨੇ ਅਟੈਕ ਕੀਤਾ ਸੀ, ਕਿਹਨੇ ਇਨਵੇਜਨ ਕੀਤੀ ਸੀ। ਉਸ ਦੀ ਇਨਵੇਜਨ ਤੋਂ ਬਾਅਦ ਇਹ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਪਏ। ਬੇਸਿਕਲੀ ਰੱਬ ਨੂੰ ਲਾਨਤ ਪਾਈ ਆ ਵੀ ਐਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ, ਵੀ ਤੂੰ ਇੰਨੀ ਮਾਰ ਮਾਰੀ ਹੈ ਕਿ ਤੈਨੂੰ ਦਰਦ ਨਾ ਆਇਆ। ਰੱਬ ਨੂੰ ਬੱਚੇ ਇਹ ਸੰਬੋਧਿਤ ਕੀਤਾ ਗਿਆ। ਕਿਹਨੇ ਕੀਤਾ ਸੀ ਬੱਚੇ? ਹੁਮਾਯੂੰ। ਇਨਵੇਜਨ ਕਿਹਦੇ ਵੱਲੋਂ ਹੋਈ ਸੀ? ਬਾਬਰ ਵੱਲੋਂ ਹੋਈ ਸੀ, ਗਜਨੀ ਵੱਲੋਂ ਹੋਈ ਸੀ, ਅਹਿਮਦ ਸ਼ਾਹ ਅਬਦਾਲੀ ਵੱਲੋਂ ਹੋਈ ਸੀ। ਮੈਂ ਚਾਹੁੰਦਾ ਬੱਚੇ ਤੁਸੀਂ ਸਾਰੇ ਅਟੈਂਪਟ ਕਰੋ ਇਹ ਕੁਐਸਚਨ। ਵੈਰੀ ਗੁੱਡ ਸੰਦੀਪ ਜਲੋਰੀਆ, ਸ਼ਾਬਾਸ਼। ਗੁਰਨੀਤ ਕੌਰ ਵੈਰੀ ਗੁੱਡ, ਸ਼ਾਬਾਸ਼। ਹਰਸਨਦੀਪ ਕੌਰ ਬੀ, ਸ਼ਾਬਾਸ਼। ਵੈਰੀ ਗੁੱਡ ਜਗਸੀਰ ਚੰਨੀ, ਬਹੁਤ ਵਧੀਆ ਬੱਚੇ, ਬਹੁਤ ਵਧੀਆ। ਆਨਸਰ ਕੀ ਹੈ ਜੀ? ਬਾਬਰ ਨੇ ਜਦੋਂ ਅਟੈਕ ਕੀਤਾ ਸੀ ਉਦੋਂ ਜਿਹੜੇ ਇਹ ਸ਼ਬਦ ਉਪਜਾਏ ਗਏ, ਕਿਉਂਕਿ ਗੁਰੂ ਨਾਨਕ ਦੇਵ ਜੀ ਬਾਬਰ ਦੇ ਸਮਕਾਲੀ ਸੀਗੇ। ਠੀਕ ਹੈ, ਸੋ ਇਹ ਚੀਜ਼ ਆਪਾਂ ਯਾਦ ਰੱਖਣੀ ਹੈ। ਚਲੋ ਜੀ, ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਸੋ ਆਹ 2 ਕੁਐਸਚਨ ਬੱਚੇ ਜਿਹੜੇ ਨੇ 2011 ਦੇ ਵਿੱਚ ਇਹ ਹਿਸਟਰੀ ਵਿੱਚੋਂ ਪੁੱਛੇ ਗਏ, ਆਊਟ ਆਫ 11 ਕੁਐਸਚਨਸ, ਕਿਉਂਕਿ 4 ਕੁਐਸਚਨਸ ਕਰੰਟ ਅਫੇਅਰਸ ਚੋਂ ਆਏ। ਉਹ ਇੰਡੀਆ ਦੇ ਕਰੰਟ ਅਫੇਅਰਸ ਨਹੀਂ, ਪੰਜਾਬ ਦੇ ਕਰੰਟ ਅਫੇਅਰਸ। ਤਾਂ ਹੀ ਮੈਂ ਤੁਹਾਨੂੰ ਦੱਸ ਰਿਹਾ ਇੰਪੋਰਟੈਂਸ ਬਹੁਤ ਜ਼ਿਆਦਾ ਵੱਧ ਗਈ ਹੈ ਜੇ PCS ਦਾ ਅਫਸਰ ਬਣਨਾ। ਪੰਜਾਬ GK ਦੇ ਵਿੱਚ ਪੰਜਾਬ ਦੇ ਕਰੰਟ ਅਫੇਅਰਸ ਦੀ ਜਿਹੜੀ ਵੇਟੇਜ ਆ ਬਾਈ ਦਾ ਟਾਈਮ ਇਨਕਰੀਜ਼ ਹੋ ਰਹੀ ਹੈ। ਆਲਰਾਈਟ, ਚਲੋ ਆਪਾਂ ਅੱਗੇ ਦੇਖਦੇ ਹਾਂ। ਹੁਣ ਪੰਜਾਬ GK ਦੇ ਵਿੱਚ ਆਪਾਂ ਮੇਂਸ 2018 2018 ਦੇ ਮੇਂਸ ਦੇ ਕੁਐਸਚਨ ਦੇਖੇ ਕਿਹੜੇ ਆਏ। ਮੇਂਸ ਵਿੱਚ ਕਿਹੜੇ ਕੁਐਸਚਨ ਪੁੱਛੇ ਗਏ 2018 ਦੇ ਵਿੱਚ। ਹੁਣ ਦੇਖੋ, ਮਹਾਰਾਜਾ ਰਣਜੀਤ ਸਿੰਘ ਦੇ ਕੁਐਸਚਨ ਤੁਹਾਨੂੰ ਇੱਥੇ ਵੀ ਮਿਲੂਗਾ। ਦੇਖੋ, ਕਹਿੰਦਾ ਐਕਸਪਲੇਨ ਦਾ ਰਾਈਸ ਐਂਡ ਫਾਲ ਆਫ ਰਣਜੀਤ ਸਿੰਘ ਅੰਪਾਇਰ। ਸੇਮ ਟੂ ਸੇਮ ਜਮੇ ਸਿਲੇਬਸ ਦੇ ਵਿੱਚ ਲਾਈਨ ਲਿਖੀ ਹੋਈ ਸੀ, ਸੇਮ ਟੂ ਸੇਮ ਉਦਾਂ ਹੀ ਕੁਐਸਚਨ ਪੁੱਛਿਆ ਗਿਆ। ਠੀਕ ਹੈ, 2018 ਦੇ ਵਿੱਚ ਮੇਨਸ ਦੇ ਵਿੱਚ ਵੇਟੇਜ ਕਿੰਨੀ ਰਹੀ ਆ? 100 ਮਾਰਕਸ ਦੀ। ਸੇਮ ਵੇਟੇਜ ਬੱਚਿਓ ਆਊਟ ਆਫ 1000। ਠੀਕ ਹੈ, ਆਊਟ ਆਫ 1000 GS1 GS2 GS3 GS4 ਦੇ ਵਿੱਚ 100 ਮਾਰਕਸ ਦੇ ਪੁੱਛਿਆ ਗਿਆ ਮੇਨਸ ਵਿੱਚੋਂ ਪੰਜਾਬ GK, ਜਿਹਦੇ ਵਿੱਚੋਂ
ਆਹ ਕੁਐਸਚਨ ਤੁਹਾਨੂੰ ਰਿਪੀਟਡ ਫਾਰਮ ਦੇ ਵਿੱਚ ਦਿਖੂਗਾ ਹੀ ਦਿਖੂਗਾ। ਰਣਜੀਤ ਸਿੰਘ ਜੀ ਦੀ ਸਿਵਲ ਐਡਮਿਨਿਸਟ੍ਰੇਸ਼ਨ, ਰਣਜੀਤ ਸਿੰਘ ਜੀ ਦੀ ਮਿਲਟਰੀ ਐਡਮਿਨਿਸਟ੍ਰੇਸ਼ਨ, ਰਣਜੀਤ ਸਿੰਘ ਜੀ ਦਾ ਸੈਕੂਲਰ ਨੇਚਰ, ਰਣਜੀਤ ਸਿੰਘ ਜੀ ਦਾ ਡਿਫਰੈਂਟ ਪ੍ਰੋਵਿੰਸਸ ਉਹਨਾਂ ਦੀਆਂ, ਰਣਜੀਤ ਸਿੰਘ ਜੀ ਨੇ ਕਿਵੇਂ ਮਿਸਲਾਂ ਨੂੰ ਇਕੱਠਾ ਕੀਤਾ, ਠੀਕ ਹੈ, ਕਿਵੇਂ ਉਹਨਾਂ ਨੇ ਟ੍ਰੀਟੀਜ਼ ਜਿਹੜੀਆਂ ਸਾਈਨ ਕੀਤੀਆਂ ਬ੍ਰਿਟਿਸ਼ਰਸ ਨਾਲ। ਸੋ ਬੱਚੋ ਉਹ ਤਰੀਕੇ ਨਾਲ ਆਪਾਂ ਇੰਨੇ ਤਰੀਕੇ ਨਾਲ ਡੀਲ ਕਰਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਤੇ ਕੁਐਸਚਨ ਆਪਾਂ ਇੰਨਾ ਵਧੀਆ ਲਿਖਾਂਗੇ ਵੀ ਤੁਸੀਂ ਇੱਕ ਮਤਲਬ ਮਿਸਾਲ ਇਹ ਕਾਇਮ ਕਰ ਦਿਓ ਵੀ ਹਾਂ ਕਿ ਪੂਰੇ ਟੂ ਮਤਲਬ ਫੁੱਲ ਆਊਟ ਆਫ ਫੁੱਲ ਮਾਰਕਸ ਲੈ ਲੇ। ਫੁੱਲ ਆਊਟ ਆਫ ਫੁੱਲ ਮਾਰਕਸ ਤਾਂ ਵੈਸੇ ਆਉਂਦੇ ਨਹੀਂ ਹੁੰਦੇ, ਬਟ ਮੈਕਸਿਮਮ ਸਕੋਰ ਕਰਾਂਗੇ। ਆਲਰਾਈਟ, ਚਲੋ ਜੀ। ਕੰਟਰੀਬਿਊਸ਼ਨਸ ਆਫ ਰੈਵੋਲੂਸ਼ਨਰੀ ਐਕਟੀਵਿਟੀਜ਼ ਆਊਟਸਾਈਡ ਇੰਡੀਆ ਵਿਦ ਸਪੈਸ਼ਲ ਰੈਫਰੈਂਸ ਟੂ ਗਦਰ ਪਾਰਟੀ ਐਂਡ ਉਦਮ ਸਿੰਘ। ਹੁਣ ਇਹ ਕੁਐਸਚਨ ਦਾ ਜਿਹੜੀ ਓਵਰਲੈਪਿੰਗ ਹੈ ਉਹ ਹਿਸਟਰੀ ਦੇ ਵਿੱਚ ਵੀ ਹੈ, ਪਰ ਕਿਉਂ? ਕਿਉਂਕਿ ਹਿਸਟੋਰੀਕਲ ਇੰਪੋਰਟੈਂਟ ਪਰਸਨੈਲਿਟੀਜ਼ ਨੇ ਪੰਜਾਬ ਦੀਆਂ, ਤਾਂ ਇਹ ਤੇ ਕੁਐਸਚਨ ਪੁੱਛਿਆ ਗਿਆ। ਸੋ ਬੱਚੇ ਬਹੁਤ ਹੀ ਡੂਏਬਲ ਕੁਐਸਚਨ ਸੀ, ਆਪਾਂ ਕਰ ਸਕਦੇ ਆਰਾਮ ਨਾਲ। ਹਿਸਟਰੀ ਜੇ ਆਪਣੀ ਵਧੀਆ ਉਹ ਤੇ ਹੋਲਡ ਹੈ, ਪੰਜਾਬ ਜੀਕੇ ਨਾਲ ਸਪੈਸੀਫਿਕ ਆਪਣਾ ਹੋਲਡ ਹੈ, ਤਾਂ ਆਰਾਮ ਨਾਲ ਕੁਐਸਚਨ ਹੋ ਜਾਣਾ ਸੀ। 25 ਮਾਰਕਸ ਤੁਹਾਡੇ ਇਹਦੇ ਵਿੱਚੋਂ ਹੀ ਬਣ ਜਾਣੇ ਸੀ। ਚਲੋ ਅੱਗੇ ਦੇਖਦੇ ਬੱਚੇ ਆਪਾਂ ਅਗਲਾ ਕੀ ਆ। ਹੁਣ ਆਪਾਂ ਅੱਗੇ ਦੇਖੀਏ, ਆਈਏ ਜੀ ਆਪਾਂ ਹੁਣ 2021 ਦੇ ਪ੍ਰੀਲਿਮਸ ਦੇ ਵਿੱਚ, ਵੈਸੇ 2020 ਦੇ ਵਿੱਚ ਹੋਇਆ ਸੀ ਪ੍ਰੀਲਿਮਸ, ਪੰਜਾਬ ਜੀਕੇ ਦੇ ਵਿੱਚੋਂ ਕੁਐਸਚਨ ਪੁੱਛੇ ਗਏ 2020 ਪ੍ਰੀਲਿਮਸ ਦੇ ਵਿੱਚ ਕਿਹੜੇ ਤੇ ਕਿੰਨੇ। ਟੋਟਲ ਬੱਚੇ ਕੁਐਸਚਨਸ ਪੁੱਛੇ ਗਏ ਨੇ 7 ਕੁਐਸਚਨਸ ਪ੍ਰੀਲਿਮਸ ਦੇ ਵਿੱਚੋਂ ਪੁੱਛੇ ਗਏ। ਉਹਦੇ ਵਿੱਚੋਂ ਹਿਸਟਰੀ ਵਿੱਚੋਂ ਕਿੰਨੇ ਪੁੱਛੇ ਗਏ? ਹਿਸਟਰੀ ਵਿੱਚੋਂ ਬੱਚੇ ਟੋਟਲ 3 ਕੁਐਸਚਨ ਪੁੱਛੇ ਗਏ, 2 ਜਿਓਗ੍ਰਾਫੀ ਚੋਂ, 1 AMC ਚੋਂ। ਹੁਣ ਇੱਕ ਜਿਹੜੀ ਇੰਪੋਰਟੈਂਟ ਚੀਜ਼ ਜਾਂ ਇੰਪੋਰਟੈਂਟ ਪੈਟਰਨ ਜਿਹੜਾ ਮੈਂ ਦੇਖਿਆ, ਓਵਰਆਲ ਸਾਰਾ ਐਨਾਲਿਸਿਸ ਕੀਤਾ ਕਿ 2020 ਦੇ ਵਿੱਚ ਚਾਹੇ ਕੁਐਸਚਨਸ ਹਿਸਟਰੀ ਦਾ ਹੋਵੇ, ਚਾਹੇ ਜਿਓਗ੍ਰਾਫੀ ਦਾ ਹੋਵੇ, ਚਾਹੇ ਕਲਚਰ ਦਾ ਹੋਵੇ, ਉਹ ਸਿੰਪਲ ਨਹੀਂ ਆਇਆ। ਇੱਕ ਤਾਂ ਜਿਹੜਾ ਡਿਫਿਕਲਟੀ ਲੈਵਲ ਸੀ ਉਹ ਇਨਕਰੀਜ਼ ਹੋਇਆ। ਜਿਹੜੇ ਬੱਚੇ ਨੇ ਆਲਰੇਡੀ ਦਿੱਤਾ ਹੋਊਗਾ ਉਹ ਇਹ ਚੀਜ਼ ਦੀ ਹਾਮੀ ਭਰ ਸਕਦੇ ਨੇ ਵੀ ਜਿਹੜਾ ਲੇਟੈਸਟ ਪੀਸੀਐਸ ਹੋਇਆ ਉਹਦੀ ਡਿਫਿਕਲਟੀ ਲੈਵਲ ਜਿਹੜਾ ਸੀਗਾ ਬਹੁਤ ਜ਼ਿਆਦਾ ਸੀ। ਉਹ ਪੈਟਰਨ ਜਿਹੜਾ ਆਇਡੈਂਟੀਫਾਈ ਕੀਤਾ ਉਹ ਇਹ ਸੀ ਬੱਚੇ, ਕੁਐਸਚਨ ਚਾਹੇ ਸਟੈਟਿਕ 'ਚ ਹੋਵੇ ਉਹ ਸਿੰਪਲ ਨਹੀਂ ਆਇਆ। ਸਟੈਟਿਕ ਨਾਲ ਕਰੰਟ ਅਫੇਅਰ, ਪੰਜਾਬ ਦਾ ਕਰੰਟ ਅਫੇਅਰ ਨਾਲ ਇੱਕ ਸਟੇਟਮੈਂਟ ਸਟੈਟਿਕ ਪੰਜਾਬ ਦੀ ਦੇਤੀ ਹਿਸਟਰੀ ਦੀ, ਇੱਕ ਜਿਹੜੀ ਸਟੇਟਮੈਂਟ ਹੈ ਆਪਣੀ ਕਰੰਟ ਅਫੇਅਰ ਦੀ ਦੇਤੀ ਪੰਜਾਬ ਦੇ, ਮਿਕਸ ਕਰਕੇ ਕੁਐਸਚਨ ਪਾਤਾ। ਟ੍ਰਿਕੀ ਕੁਐਸਚਨ, ਡਿਫਿਕਲਟ ਕੁਐਸਚਨ, ਤਾਂ ਹੀ ਬੱਚੇ ਕੱਟ ਆਫ ਜਿਹੜੀ ਹੈ 60 to 61% ਹੀ ਜਾਂਦੀ ਹੈ। ਆਲਰਾਈਟ, ਸੋ ਬੱਚੇ ਆਪਾਂ ਇਹ ਚੀਜ਼ ਧਿਆਨ ਰੱਖਣੀ ਆ ਕਿ ਆਪਾਂ ਮੈਕਸਿਮਮ ਮਾਰਕਸ ਸਕੋਰ ਕਰਨੇ ਨੇ। ਉਹ ਕਦੋਂ ਹੋਣਗੇ? ਜਦੋਂ ਆਪਣੀ ਜਿਹੜੀ ਪ੍ਰੈਪਰੇਸ਼ਨ ਆ ਉਹ 100% ਹੋਊਗੀ। ਜੇ ਆਪਣੀ ਪ੍ਰੈਪਰੇਸ਼ਨ ਆਪਾਂ ਉਹਦੇ ਵਿੱਚ ਐਫੀਸ਼ੀਐਂਸੀ ਘਟਾਵਾਂਗੇ, ਜੇ ਆਪਾਂ 70% ਤੇ ਚੱਲਾਂਗੇ 80%, ਤਾਂ ਤੁਹਾਡੇ ਮਾਰਕਸ ਜਿਹੜੇ ਆ ਫੁੱਲ ਕਦੇ ਆ ਹੀ ਨਹੀਂ ਸਕਦੇ, ਮਤਲਬ ਕੱਟ ਆਫ ਕ੍ਰਾਸ ਜਿਹੜੇ ਆ ਨਹੀਂ ਸਕਦੇ। ਤੁਸੀਂ ਆਪਣੀ ਪ੍ਰੈਪਰੇਸ਼ਨ 100% ਤੋਂ ਵੀ ਜ਼ਿਆਦਾ ਜਿਹੜੀ ਐਫਰਟ ਦੇਣਾ ਹੈ, ਆਪਣੇ ਟੀਚਰਸ ਤੇ ਭਰੋਸਾ ਰੱਖਣਾ ਹੈ, ਆਪਣੇ ਟੀਚਰਸ ਤੇ ਰਿਲਾਈ ਕਰਨਾ ਹੈ। ਤੁਹਾਡਾ ਟੀਚਰਸ ਤੁਹਾਨੂੰ ਜਿਹੜੇ ਚੀਜ਼ਾਂ ਕਹਿ ਰਿਹਾ ਵੀ ਆਹ ਚੀਜ਼ ਕਰਨੀ, ਆਹ ਚੀਜ਼ ਕਰਨੀ ਆ, ਉਹ ਚੀਜ਼ ਮੰਨਣੀ ਹੈ ਤਾਂ ਇਹ ਹੋਊਗਾ। ਠੀਕ ਹੈ, ਡਿਟਰਮੀਨੇਸ਼ਨ ਬਣਾ ਕੇ ਰੱਖਣੀ ਹੈ। ਚਲੋ 7 ਕੁਐਸਚਨ ਪੁੱਛੇ ਗਏ, ਦੇਖਿਆ ਆਪਾਂ ਹਿਸਟਰੀ ਚੋਂ ਕਿਹੜੇ ਪੁੱਛੇ ਗਏ। ਆਹ ਦੇਖੋ ਹੁਣ ਇਹ ਸਿੰਪਲ ਕੁਐਸਚਨ ਸਿੰਪਲ ਹੈ ਪਰ ਉਹਨੂੰ ਟ੍ਰਿਕੀ ਫਾਰਮ ਦੇ ਵਿੱਚ ਪਾਇਆ ਗਿਆ। ਕਹਿੰਦੇ ਅੱਜ ਅੱਖਾਂ ਵਾਰੀ ਸ਼ਾਹ ਨੂੰ, ਇਹ ਵਰਕ ਬੱਚੇ ਕਿਹਦਾ ਹੈ? ਇਹ ਅੰਮ੍ਰਿਤਾ ਪ੍ਰੀਤਮ ਜੀ ਦਾ ਵਰਕ ਹੈ। ਹੁਣ ਉਹਨਾਂ ਡਿਟੇਲ 'ਚ ਪੁੱਛਿਆ, ਕਹਿੰਦਾ ਅੱਜ ਅੱਖਾਂ ਵਾਰੀ ਸ਼ਾਹ ਨੂੰ ਇਜ਼ ਅ ਫੇਮਸ ਪੋਇਮ ਬਾਈ ਦਾ ਰਿਨਾਊਂਡ ਪੰਜਾਬੀ ਰਾਈਟਰ ਅੰਮ੍ਰਿਤਾ ਪ੍ਰੀਤਮ। ਠੀਕ ਹੈ, ਅਬਾਊਟ ਦਾ ਹੌਰਰਸ ਆਫ ਦਾ ਪਾਰਟੀਸ਼ਨ ਆਫ ਦੀ ਪੰਜਾਬ ਡਿਊਰਿੰਗ ਦਾ ਪਾਰਟੀਸ਼ਨ ਆਫ ਇੰਡੀਆ ਇਨ 1947। ਬਿਲਕੁਲ ਠੀਕ ਸਟੇਟਮੈਂਟ। 1947 ਵਾਲੀ ਵੰਡ ਦੇ ਵੇਲੇ ਜਿਹੜੇ ਮਤਲਬ ਕਿ ਹੌਰਰ ਇਨਸੀਡੈਂਟ ਹੋਏ ਨੇ ਉਹਨੂੰ ਸੰਬੋਧਿਤ ਕਰਦੇ ਹੋਏ ਜਿਹੜਾ ਹੈ ਅੱਜ ਅੱਖਾਂ ਵਾਰੀ ਸ਼ਾਹ ਨੂੰ ਜਿਹੜਾ ਹੈ ਪੋਇਮ ਇਹ ਲਿਖੀ ਗਈ ਬਾਈ ਦਾ ਅੰਮ੍ਰਿਤਾ ਪ੍ਰੀਤਮ। ਪਹਿਲੀ ਸਟੇਟਮੈਂਟ ਬਿਲਕੁਲ ਕਰੈਕਟ ਸੀ। ਦੂਜਾ, ਦਾ ਪੋਇਮ ਇਜ਼ ਐਡਰੈਸਡ ਟੂ ਦਾ ਹਿਸਟੋਰਿਕ ਪੰਜਾਬੀ ਪੋਇਟ ਵਾਰਿਸ ਸ਼ਾਹ, ਜਿਨ੍ਹਾਂ ਨੇ ਹੀਰ ਰਾਂਝਾ ਲਿਖੀ ਆ, ਕਹਿੰਦੇ ਉਹਨਾਂ ਨੂੰ ਐਡਰੈਸ ਕੀਤੀ ਗਈ ਹੈ ਪੋਇਮ। ਬਿਲਕੁਲ ਸਹੀ ਬੱਚੇ, ਦੋਨੇ ਸਟੇਟਮੈਂਟਾਂ ਜਿਹੜੀਆਂ ਬਿਲਕੁਲ ਠੀਕ ਸੀਗੀਆਂ। ਦਾ ਆਨਸਰ ਇਜ਼ ਸੀ ਬੋਥ 1 and 2। ਆਲਰਾਈਟ, ਸਿੰਪਲ ਕੁਐਸਚਨ ਸੀਗਾ ਪਰ ਟ੍ਰਿਕੀ ਸੀਗਾ। ਆਲਰਾਈਟ ਜੀ, ਅੱਗੇ ਦੇਖੀਏ। ਸਿੰਪਲ ਕੁਐਸਚਨ ਬੱਚੇ ਟਾਈਮ ਟੂ ਟਾਈਮ ਟੈਸਟਡ ਆ, ਤੁਸੀਂ ਤੁਹਾਡੇ ਸਾਹਮਣੇ ਪਿਆ PYQ ਸੀਰੀਜ਼ ਚੱਲ ਰਹੀ ਆ। ਆਹ ਦੇਖੋ ਕੁਐਸਚਨ ਪਿਆ, ਮਿਸਲਾਂ ਨਾਲ ਫਾਊਂਡਰ। ਮਿਸਲਾਂ ਨਾਲ ਫਾਊਂਡਰ ਕਹਿੰਦੇ ਤੁਸੀਂ ਮੈਚ ਕਰ ਦਿਓ। ਜੈ ਸਿੰਘ ਕਿਹਦੇ ਸੀ? ਹੁਣੇ ਮੈਨੂੰ ਦੱਸਿਓ। ਜੈ ਸਿੰਘ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਜੈ ਸਿੰਘ ਯਾਦ ਕਰਨਾ ਵੀ ਕਿਵੇਂ ਯਾਦ ਕਰਨਾ ਹੈ। ਜੈ ਕਨਈਆ ਲਾਲ ਕੀ। ਜੈ ਸਿੰਘ ਬੱਚੇ ਕਿੰਨਾ ਦੇ ਸੀਗੇ? ਕਨਈਆ ਮਿਸਲ ਦੇ ਫਾਊਂਡਰ ਸੀ। ਸੋ ਦੇਖੀਏ AS2 ਹੁਣ ਦੇਖੋ ਰੀਜ਼ਨਿੰਗ ਵੀ ਨਾਲ ਯੂਜ਼ ਕਰਨੀ ਹੈ। ਆਲਰਾਈਟ, ਰੀਜ਼ਨਿੰਗ ਨਾਲ ਯੂਜ਼ ਕਰਨੀ ਹੈ। AS2 ਤੁਹਾਨੂੰ ਪਤਾ ਲੱਗ ਗਿਆ। ਪਹਿਲਾਂ ਜਿਹੜੇ ਨਹੀਂ ਹੈਗੇ ਉਹਨੂੰ ਐਲੀਮੀਨੇਟ ਕਰੋ। ਆਪਸ਼ਨਸ A1 ਹੈ, ਕੱਟੋ ਇਹਨੂੰ। A4 ਹੈ, ਇਹਨੂੰ ਕੱਟੋ। ਹੁਣ ਇਹ ਆਪਸ਼ਨ ਜਿਹੜੇ ਰਹਿ ਗਏ, ਜਦ ਤਾਂ A ਹੋਊਗਾ ਜਾਂ ਤਾਂ D ਹੋਊਗਾ।
क्योंकि A2 दोनों ऑप्शन ਵਿੱਚ ਹੀ ਆ। ਹੁਣ ਤੁਸੀਂ ਐਂ ਦੇਖਣਾ ਨੈਕਸਟ ਸਟੈਪ ਦੇਖਣਾ ਕਿ ਕਾਮਨ ਕੀ ਚੀਜ਼ ਹੈ, ਉਸ ਤੋਂ ਬਾਅਦ ਕੋਈ ਕਾਮਨ ਹੈ ਨਹੀਂ ਹੈਗੀ। ਚਲੋ ਆਪਾਂ ਅੱਗੇ ਦੇਖਦੇ ਹਾਂ। ਫਿਰ ਹੀਰਾ ਸਿੰਘ ਤੋਂ ਬਾਅਦ ਦਸੌਂਦਾ ਸਿੰਘ ਤੋਂ ਬਾਅਦ ਨੌਧ ਸਿੰਘ ਬੱਚੇ ਪਹਿਲਾਂ ਵੀ ਕਰਕੇ ਹਟੇ ਆ। ਸ਼ੁਕਰ ਚੱਕੀਆ ਮਿਸਲ D4 ਆਪਸ਼ਨ ਜਿਹੜੇ ਸੀਗੇ ਦੋ ਹੀ ਸੀਗੇ, D4 ਆ ਲਓ, ਤੁਹਾਡਾ ਇੱਥੇ ਹੀ ਸੋਲਵ ਹੋ ਗਿਆ। ਇਹ ਆਪਸ਼ਨ ਰਹਿ ਗਈ ਕਿਉਂਕਿ D3 ਹੈ। ਓਕੇ B3 ਹੀਰਾ ਸਿੰਘ ਕਿੱਥੇ ਸੀ ਨਕਈ ਮਿਸਲ ਦੇ, ਤੇ ਦਸੌਂਦਾ ਸਿੰਘ ਸੀਗੇ ਬੱਚੇ ਨਿਸ਼ਾਨ ਵਾਲੀਆਂ ਮਿਸਲ ਦੇ। ਸੋ ਬੱਚੇ ਮਿਸਲਾਂ ਉੱਤੇ ਕੁਐਸਚਨ ਜਿਹੜਾ ਤੁਹਾਨੂੰ ਪ੍ਰੀਲਿਮਸ ਦੇ ਵਿੱਚੋਂ ਬਾਰ-ਬਾਰ ਦੇਖਣ ਨੂੰ ਮਿਲੂਗਾ। ਇਹ ਬੱਚੇ ਆਪਣੀ ਬੇਵਕੂਫੀ ਹੋਊਗੀ ਵੀ ਆਪਾਂ ਅੱਜ ਫਿਰ ਕਨਫਿਊਜ਼ ਹੋ ਕੇ ਜਾਈਏ, ਉੱਥੇ ਆਪਾਂ ਪ੍ਰੋਪਰ ਰਿਵੀਜ਼ਨ ਨਾ ਕਰੀਏ, ਆਪਾਂ ਫੇਰ ਹੀ ਪੀਸੀਐਸ ਦੇ ਪੇਪਰ ਜਾ ਕੇ ਬੈਠ ਜਾਈਏ, ਫਿਰ ਉਹ ਗਲਤੀ ਕਰਕੇ ਆਈਏ, ਤਾਂ ਆਪ ਤੋਂ ਆਪਣੇ ਤੋਂ ਵੱਡਾ ਬੇਵਕੂਫ ਫਿਰ ਕੋਈ ਨਹੀਂ ਹੋਊਗਾ। ਆਲਰਾਈਟ ਜੀ, ਚਲੋ ਅੱਗੇ ਦੇਖਦੇ ਅਗਲਾ ਕੁਐਸਚਨ ਕੀ ਹੈ ਜੀ। ਹੁਣ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਗ੍ਰਾਂਟਸ ਦਿੱਤੀਆਂ ਸੀ ਟੂ ਦਾ ਫੋਲੋਇੰਗ ਰਿਲੀਜੀਅਸ ਪਲੇਸਿਸ। ਜਦੋਂ ਆਪਾਂ ਮਹਾਰਾਜਾ ਰਣਜੀਤ ਸਿੰਘ ਪੜ੍ਹਦੇ ਆ ਨਾ, ਇਹ ਬੱਚੇ ਆਪਾਂ ਕਰਦੇ ਆ। ਆਲਰਾਈਟ, ਇਹ ਆਪਾਂ ਆਰਾਮ ਨਾਲ ਕਰਦੇ ਆ ਕਿਉਂਕਿ ਉਹਨਾਂ ਸੈਕੂਲਰ ਕਰੈਕਟਰ ਸੀਗਾ। ਮਹਾਰਾਜਾ ਰਣਜੀਤ ਸਿੰਘ ਸੈਕੂਲਰ ਨੇਚਰ ਦੇ ਰਾਜੇ ਸੀਗੇ। ਆਲਰਾਈਟ, ਸੋ ਦੇਖਦੇ ਆਪਾਂ। ਕਹਿੰਦੇ ਹਰਮੰਦਰ ਸਾਹਿਬ 'ਚ ਦਿੱਤਾ ਸੀ ਅੰਮ੍ਰਿਤਸਰ, ਬਿਲਕੁਲ ਠੀਕ। ਸੱਚਖੰਡ ਹਜੂਰ ਸਾਹਿਬ 'ਚ ਵੀ ਦਿੱਤਾ ਸੀ, ਨੰਦੇੜ ਵਿੱਚ, ਬਿਲਕੁਲ ਠੀਕ। ਵਿਸ਼ਵਨਾਥ ਟੈਂਪਲ ਵਿੱਚ ਵੀ ਦਿੱਤਾ ਸੀ, ਬਨਾਰਸ ਵਿੱਚ, ਬਿਲਕੁਲ ਠੀਕ। ਆਨਸਰ ਕੀ ਸੀ ਬੱਚੇ? ਆਲ ਆਫ ਦੀ ਅਬਵ। ਹੁਣ ਜਦੋਂ ਆਪਾਂ ਕੱਲ ਨੂੰ ਜਿਵੇਂ ਵੀ ਆਪਣਾ ਜਿਹੜਾ ਸ਼ਡਿਊਲ ਹੋਊਗਾ ਉਸ ਹਿਸਾਬ ਨਾਲ ਜਿਹੜੀ ਕਲਾਸ ਲੱਗੂਗੀ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਉਸ ਪਾਰਟਿਕੂਲਰ ਸਬਜੈਕਟ ਦੇ ਕਿੱਦਾਂ ਕੁਐਸਚਨ ਪੁੱਛੇ ਗਏ, ਵੀ ਪ੍ਰੀ ਵਿੱਚੋਂ ਕਿੱਦਾਂ ਪੁੱਛੇ ਗਏ, ਮੇਨਸ ਵਿੱਚੋਂ ਕਿੱਦਾਂ ਪੁੱਛੇ ਗਏ। ਸੋ ਇਦਾਂ ਹੀ ਬੱਚੇ ਆਪਣੀ ਜਿਹੜੀ ਸੀਰੀਜ਼ 8 ਦਿਨ ਦੀ ਚੱਲਦੀ ਰਹੂਗੀ। ਜਿਹੜੇ ਪੰਜਾਬ ਪੀਸੀਐਸ ਲਈ ਸੀਰੀਅਸ ਕੈਂਡੀਡੇਟ ਨੇ ਉਹ ਇਹ ਸੀਰੀਜ਼ ਨਾ ਮਿਸ ਕਰ ਦਿਓ। ਆਲਰਾਈਟ, ਉਹ ਸੀਰੀਜ਼ ਮਿਸ ਨਹੀਂ ਕਰ ਸਕਦੇ ਤੁਸੀਂ, ਇਹ ਅਲਾਓ ਨਹੀਂ ਕਰ ਸਕਦੇ ਆਪਣੇ ਆਪ ਨੂੰ। ਆਲਰਾਈਟ ਜੀ, ਫਿਰ ਆਪਾਂ ਦੇਖੀਏ ਮੇਨਸ 2021 ਵਿੱਚੋਂ 12 ਕੁਐਸਚਨ ਆ ਗਏ। ਹੁਣ ਆਪਾਂ 2015 ਦੇ ਵਿੱਚ 8 ਆਏ ਸੀ, 2018 ਦੇ ਵਿੱਚ 8 ਆਏ ਸੀ, 2021 ਦੇ ਵਿੱਚ ਬੱਚੋ 12 ਕੁਐਸਚਨ ਹੋ ਗਏ। ਕਿੰਨੇ ਮਾਰਕਸ ਪੁੱਛੇ ਸੀ ਇਹਦੇ ਵਿੱਚੋਂ? 100 ਮਾਰਕਸ ਦਾ ਕੁਐਸਚਨ ਪੁੱਛਿਆ ਸੀ, 100 ਮਾਰਕਸ ਦਾ ਵੇਟੇਜ ਸੀ। ਫਿਰ ਬੱਚੋ 2021 ਦੇ ਵਿੱਚ ਮੇਨਸ ਦੀ ਵੇਟੇਜ ਪਤਾ ਕਿੰਨੀ ਹੋ ਗਈ ਸੀ? 140 ਮਾਰਕਸ ਦੀ। 140 ਮਾਰਕਸ ਦੀ ਵੇਟੇਜ ਹੋ ਗਈ ਸੀ। ਤੁਸੀਂ ਆਪ ਹੀ ਦੇਖ ਲਓ ਕਿ ਪੰਜਾਬ ਗੌਰਮੈਂਟ ਦਾ ਹੁਣ ਪੰਜਾਬ ਜੀਕੇ ਤੇ ਕਿੰਨਾ ਜ਼ਿਆਦਾ ਰਿਲਾਈ ਕਰ ਰਹੇ ਨੇ। ਆਲਰਾਈਟ, ਜੇ ਮੈਂ ਸਰਕਾਰ ਦੀ ਪਾਲਿਸੀਜ਼ ਵਗੈਰਾ ਨੂੰ ਵੀ ਦੇਖਾਂ ਨਾ, ਤਾਂ ਇਹ ਸਾਰੀਆਂ ਪਾਲਿਸੀਜ਼ ਜਾਂ ਉਹਨਾਂ ਜਿੰਨਾ ਵੀ ਸਾਰਿਆਂ ਦੇ ਸਟੈਪ ਸੀਗੇ ਉਹ ਸਾਰੇ ਪੰਜਾਬੀਅਤ ਦੀ ਗੱਲ ਕਰ ਰਹੇ ਨੇ। ਤੇ ਇਹ ਬੱਚੇ ਸਾਡਾ ਐਸਟੀਮੇਟ ਹੈ, ਸਾਡੀ ਟੀਮ ਦਾ ਐਸਟੀਮੇਟ ਹੈ ਕਿ ਪੰਜਾਬ ਜੀਕੇ ਦੀ ਵੇਟੇਜ ਜਿਹੜੀ ਆ ਹੁਣ ਆਉਂਦੇ ਵਾਲੇ ਪੀਸੀਐਸ ਦੇ ਵਿੱਚ ਇੰਨੀ ਜ਼ਿਆਦਾ ਇਨਕਰੀਜ਼ ਹੋ ਜੂਗੀ ਕਿ ਉਹ ਮੇਕ ਐਂਡ ਬ੍ਰੇਕ ਕਰ ਦਊਗੀ। ਵੈਸੇ ਤਾਂ ਇੱਕ ਮਾਰਕ ਇੱਕ ਨੰਬਰ ਵੀ ਮੇਕ ਐਂਡ ਬ੍ਰੇਕ ਕਰਦਾ ਤੁਹਾਡਾ ਪੀਸੀਐਸ ਦੇ ਵਿੱਚ। ਇੱਕ ਨੰਬਰ ਦੀ ਵੀ ਥੋੜੀ ਉੱਪਰ ਨੀਚੇ ਹੋ ਗਿਆ, 10 ਬੰਦੇ ਬੈਠੇ ਹੁੰਦੇ ਤੁਹਾਡੀ ਸੀਟ ਲੈਣ ਵਾਸਤੇ। ਇਹ ਥੋੜੀ ਬੇਵਕੂਫੀ ਹੋਊਗੀ ਜੇ ਤੁਸੀਂ ਇੱਕ ਨੰਬਰ ਦੀ ਅਹਿਮੀਅਤ ਨਾ ਸਮਝ ਸਕੇ। ਆਲਰਾਈਟ, ਚਲੋ ਆਪਾਂ ਹੁਣ ਦੇਖਦੇ ਹਾਂ। ਟੋਟਲ ਕੁਐਸਚਨ 12 ਪੁੱਛੇ ਗਏ, 140 ਮਾਰਕਸ ਦੀ ਵੇਟੇਜ ਹੋ ਗਈ ਹੈ ਆਊਟ ਆਫ 1000। ਪਹਿਲਾਂ 10% ਦੀ 14% ਹੋ ਗਿਆ ਇੱਕਦਮ ਹੀ। ਆਲਰਾਈਟ, ਕਰੰਟ ਅਫੇਅਰ ਸੀ ਜਿਹੜੇ ਉਹ ਪ੍ਰੀ ਦੇ ਵਿੱਚ ਵੀ ਪੁੱਛੇ ਗਏ। ਆਲਰਾਈਟ, ਕਰੰਟ ਅਫੇਅਰ ਨਾਲ ਸੰਬੰਧਿਤ ਮੇਨਸ ਦੇ ਵਿੱਚ ਵੀ ਕੁਐਸਚਨ ਪੁੱਛੇ ਗਏ। ਪਰ ਅੱਜ ਆਪਾਂ ਹਿਸਟਰੀ ਦੇਖਾਂਗੇ, ਹਿਸਟਰੀ ਦੇ ਕਿਵੇਂ ਪੁੱਛੇ ਗਏ। ਲਓ ਜੀ, ਓਕੇ, ਗੁਰਦੁਆਰਾ ਰਿਫਾਰਮ ਮੂਵਮੈਂਟ ਤੇ ਕੁਐਸਚਨ ਪੁੱਛਿਆ ਗਿਆ। ਕਹਿੰਦੇ ਗੁਰਦੁਆਰਾ ਰਿਫਾਰਮ ਮੂਵਮੈਂਟ ਆਫ ਪੰਜਾਬ ਮੇਡ ਐਨ ਇੰਪੋਰਟੈਂਟ ਕੰਟਰੀਬਿਊਸ਼ਨ ਟੁਵਾਰਡਸ ਇੰਡੀਆਜ਼ ਫਰੀडम ਸਟਰਗਲ, ਡਿਸਕਸ ਕਰੋ। ਗੁਰਦੁਆਰਾ ਰਿਫਾਰਮ ਮੂਵਮੈਂਟ ਬੱਚੇ 1920 ਦੀ ਇੱਕ ਕਹਿ ਦਈਏ ਵੀ ਇਹ ਬਹੁਤ ਹੀ ਤਕੜਾ ਇੱਕ ਮੂਵਮੈਂਟ ਸੀ, ਜਿਹਦੇ ਵਿੱਚ ਮਹੰਤਾਂ ਤੋਂ ਜਿਹੜੀ ਹੈ ਆਪਾਂ ਗੁਰਦੁਆਰਿਆਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਖੋਣੀ ਸੀ। ਠੀਕ ਹੈ, ਕਿਉਂਕਿ ਬਹੁਤ ਮਾਲ ਐਡਮਿਨਿਸਟ੍ਰੇਸ਼ਨ ਚੱਲ ਰਹੀ ਸੀ, ਤੰਬਾਕੂ ਵਗੈਰਾ ਯੂਜ਼ ਹੋ ਰਿਹਾ ਸੀ। ਠੀਕ ਹੈ, ਉਹ ਸਾਰੀਆਂ ਚੀਜ਼ਾਂ ਬੱਚੇ ਖਤਮ ਕਰਨ ਵਾਸਤੇ ਗੁਰਦੁਆਰਾ ਰਿਫਾਰਮ ਮੂਵਮੈਂਟ ਜਿਹੜੀ ਹੈ ਸਟਾਰਟ ਕੀਤੀ ਗਈ ਸੀ। ਜੋ ਅਗਲੇ ਲੈਕਚਰਸ ਵਿੱਚ ਆਉਂਦੇ ਆਪਾਂ ਇਹਨੂੰ ਡਿਟੇਲ ਵਿੱਚ ਵੀ ਕਰਾਂਗੇ। ਆਲਰਾਈਟ ਜੀ, ਦੂਜਾ ਕੁਐਸਚਨ ਕੀ ਪੁੱਛਿਆ ਗਿਆ? ਦੂਜਾ ਕੁਐਸਚਨ ਬੱਚੇ ਉਹੀ ਚੀਜ਼ ਤੋਂ ਪੁੱਛਿਆ ਗਿਆ ਜਿਹੜਾ ਪਿਛਲੇ 2 ਸਾਲਾਂ ਵਿੱਚ ਪੁੱਛਿਆ ਗਿਆ, ਮਹਾਰਾਜਾ ਰਣਜੀਤ ਸਿੰਘ ਜੀ ਤੇ ਡਿਸਕਸ ਮਹਾਰਾਜਾ ਰਣਜੀਤ ਸਿੰਘ's ਰੋਲ ਇਨ ਕੰਸੋਲੀਡੇਸ਼ਨ ਆਫ ਸਮਾਲਰ ਟੈਰੀਟਰੀਜ਼ ਮਿਸਲਸ ਇਨਟੂ ਅ ਪਾਵਰਫੁਲ ਸਟੇਟ ਆਫ ਪੰਜਾਬ। ਉਹਨਾਂ ਦਾ ਕਹਿੰਦੇ ਰੋਲ ਤੁਸੀਂ ਡਿਸਕਸ ਕਰੋ, ਕਿਵੇਂ ਉਹਨਾਂ ਨੇ 12 ਮਿਸਲਾਂ ਨੂੰ ਕੰਸੋਲੀਡੇਟ ਕਰਕੇ ਸਿੱਖ ਅੰਪਾਇਰ ਖੜਾ ਕੀਤਾ। ਠੀਕ ਹੈ ਜੀ, ਅੱਗੇ ਕੀ ਪੁੱਛਿਆ ਗਿਆ? ਵਟ ਸੌਰਟ ਆਫ ਰਿਫਾਰਮਸ did he introduce in the field of civil and military administration? ਜੋ ਸਿਲੇਬਸ ਦੇ ਵਿੱਚ ਐਗਜ਼ੈਕਟ ਵਰਡਸ ਲਿਖੇ ਗਏ ਨੇ ਉਵੇਂ ਹੀ ਤੁਹਾਨੂੰ ਕੁਐਸਚਨ ਜਿਹੜਾ ਪੰਜਾਬ ਜੀਕੇ ਸਪੈਸੀਫਿਕ ਦੇ ਵਿੱਚ ਤੁਹਾਨੂੰ ਦਿਖੂਗਾ। ਹੁਣ ਜੋ ਆਉਂਦੀ ਲੈਕਚਰਸ ਵਿੱਚ ਜਦੋਂ ਆਪਾਂ ਜੀਓਗ੍ਰਾਫੀ ਕਰਾਂਗੇ, ਜਦੋਂ এনवायरमेंट ਕਰਾਂਗੇ, ਫਿਰ ਤੁਹਾਨੂੰ ਇਹ ਚੀਜ਼ ਦੀ ਕਲੈਰਿਟੀ ਹੁੰਦੀ ਜਾਊਗੀ ਵੀ ਕਮੇ ਕੁਐਸਚਨਸ ਪੁੱਛੇ ਜਾ ਰਹੇ ਨੇ,
ਕਮੇ ਐਗਜ਼ੈਕਟ ਸ਼ਬਦ ਪੁੱਛੇ ਜਾ ਰਹੇ ਨੇ, ਐਗਜ਼ੈਕਟ ਸ਼ਬਦ ਜੋ ਸਿਲੇਬਸ 'ਚ ਨੇ ਉਹੀ ਚੱਕ ਕੇ ਮੇਨਸ ਵਿੱਚ ਪੁੱਛਿਆ ਜਾ ਰਿਹਾ, ਠੀਕ ਹੈ। ਸੋ ਇਹ ਚੀਜ਼ਾਂ ਦਾ ਬੱਚਿਓ ਆਪਾਂ ਧਿਆਨ ਰੱਖਣਾ ਹੈ ਵੀ ਜਿਹੜੇ ਕੁਐਸਚਨ ਜਿਹੜੇ ਪਾਰਟ, ਵੈਸੇ ਤਾਂ ਜੈਪਨੀਜ਼ ਇੱਕ ਮਤਲਬ ਕਹਿ ਦੀ ਪ੍ਰੈਕਟਿਸ ਹੈ ਜਿਹਦੇ ਵਿੱਚ ਜਦੋਂ ਉਹਨੇ ਬਹੁਤ ਹੀ ਜ਼ਿਆਦਾ ਕੋਈ ਵੱਡਾ ਟਾਰਗੇਟ ਅਚੀਵ ਕਰਨਾ ਹੁੰਦਾ ਨਾ, ਮੈਨੂੰ ਉਸ ਪ੍ਰੈਕਟਿਸ ਦਾ ਨਾਮ ਨਹੀਂ ਯਾਦ ਆ ਰਿਹਾ ਬਟ ਸਟਿਲ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗਾ। ਜਦੋਂ ਤੁਸੀਂ ਬਹੁਤ ਵੱਡਾ ਕੋਈ ਟਾਰਗੇਟ ਅਚੀਵ ਕਰਨਾ ਹੁੰਦਾ ਹੈ, ਇੱਕ ਜੈਪਨੀਜ਼ ਪ੍ਰੈਕਟਿਸ ਹੈ, ਈਵਨ ਕਿ ਤੁਸੀਂ ਬਾਈ ਡਿਫਾਲਟ ਕਰਦੇ ਵੀ ਹੋਵੋਗੇ ਕਈ ਬੱਚੇ, ਕਿ ਉਹ ਚੀਜ਼ਾਂ ਨੂੰ ਸ਼ਾਰਟ ਬਹੁਤ ਘੱਟ ਛੋਟੇ ਟੁਕੜਿਆਂ ਵਿੱਚ ਜਿਹੜਾ ਹੈ ਤੋੜ ਦਿੰਦੇ ਨੇ, ਛੋਟੇ ਟਾਰਗੇਟ ਕਰਦੇ ਨੇ, ਚੀਜ਼ਾਂ ਨੂੰ ਪ੍ਰਾਇੋਰਟਾਈਜ਼ ਕਰਦੇ ਨੇ ਵੀ ਕਿਹੜੀ ਚੀਜ਼ ਕਰਨੀ ਹੈ, ਕਿਹੜੀ ਚੀਜ਼ ਪਹਿਲਾਂ ਕਰਨੀ, ਕਿਹੜੀ ਚੀਜ਼ ਬਾਅਦ 'ਚ ਕਰਨੀ ਹੈ, ਠੀਕ ਹੈ। ਉਹ ਚੀਜ਼ਾਂ ਨੂੰ ਪ੍ਰਾਇੋਰਟਾਈਜ਼ ਕਰਨਾ ਆਪਾਂ, ਉਹੀ ਸ਼ਾਰਟ ਪੀਸਿਸ ਦੇ ਵਿੱਚ ਆਪਾਂ ਪ੍ਰੈਪਰੇਸ਼ਨ ਚਲਾਉਣੀ ਹੈ, ਹੌਲੀ ਛੋਟੇ ਸਟੈਪ ਲਵਾਂਗੇ, ਬੇਬੀ ਸਟੈਪ। ਤੁਸੀਂ ਬਾਈ ਦਾ ਟਾਈਮ ਦੇਖੋਗੇ ਇਹ ਬੱਚੋ, ਬਾਈ ਦਾ ਟਾਈਮ ਜੋ ਤੁਸੀਂ ਇਹ ਦੇਖੋਗੇ ਵੀ ਤੁਸੀਂ ਤਾਂ ਕੰਮ ਇਹ ਬਹੁਤ ਜ਼ਿਆਦਾ ਕਰ ਲਿਆ। ਹੁਣ ਇਹ ਚੀਜ਼ ਕਰਨ ਦਾ ਅੱਜ ਤੁਹਾਡੇ ਕੋਲ ਟਾਈਮ ਹੈ, ਅੱਜ ਤੋਂ ਹੀ ਸਟਾਰਟ ਕਰੋ, ਕਿਉਂਕਿ ਅਸੀਂ ਤੁਹਾਨੂੰ ਐਨਾਲਾਈਜ਼ ਕਰਕੇ ਦੇ ਰਹੇ ਹਾਂ, ਤੁਹਾਨੂੰ ਮਾਡਲ ਆਨਸਰਸ ਵੀ ਪ੍ਰੋਵਾਈਡ ਕਰਾਂਗੇ ਬਾਈ ਦਾ ਟਾਈਮ। ਤੇ ਮੈਂ ਚਾਹੁੰਦਾ ਬੱਚੇ ਸਾਰਿਆਂ ਨੂੰ, ਮੈਂ ਇਹ ਸਾਰੇ ਪੰਜਾਬ ਨੂੰ, ਜਿਹੜੇ ਬੱਚੇ PCS ਜਿਹੜਾ ਲੱਗਣਾ ਚਾਹੁੰਦਾ ਹੈ, ਮੈਂ ਸਾਰਿਆਂ ਨੂੰ ਇਹ ਅਨਾਉਂਸਮੈਂਟ ਕਰਨਾ ਚਾਹੁੰਦਾ ਵੀ ਇਸ ਸੀਰੀਜ਼ ਨੂੰ ਬਹੁਤ ਧਿਆਨ ਨਾਲ ਦੇਖ ਲਿਓ। ਪੰਜਾਬ GK ਵਿੱਚੋਂ ਮੇਨਸ ਦੇ ਵਿੱਚੋਂ 140 ਮਾਰਕਸ, ਜਿਹੜੇ ਕਿ ਸਾਡਾ ਐਸਟੀਮੇਟ ਹੈ ਕਿ ਆਲਮੋਸਟ ਤੁਹਾਨੂੰ 1000 ਵਿੱਚੋਂ 200 ਨੰਬਰ ਦਾ ਜਿਹੜਾ ਮਾਰਕਸ, 200 ਮਾਰਕਸ ਦਾ ਤੁਹਾਨੂੰ ਵੇਟੇਜ ਮੇਨਸ ਵਿੱਚੋਂ ਦੇਖਣ ਨੂੰ ਮਿਲ ਜਾਊਗੀ। ਤੇ ਪ੍ਰੀ ਵਿੱਚੋਂ ਤਾਂ ਤੁਹਾਨੂੰ 10 ਮਿਨੀਮਮ 7 ਤੋਂ 8 ਕੁਐਸਚਨ ਪਲੱਸ 10 ਪਲੱਸ ਕੁਐਸਚਨ ਜਿਹੜੇ ਤੁਹਾਨੂੰ ਆਰਾਮ ਨਾਲ ਦੇਖਣ ਨੂੰ ਮਿਲਣਗੇ, ਤੇ ਹੈਗੇ ਵੀ ਸਿੰਪਲ ਨੇ। ਪੰਜਾਬ ਸਪੈਸੀਫਿਕ ਕਰੰਟ ਅਫੇਅਰਸ ਦੀ ਜਿਹੜੀ ਅਸੀਂ ਕਲਾਸਿਸ ਨੇ ਉਹ ਵੀ ਬਹੁਤ ਹੀ ਸੂਨ, ਬਹੁਤ ਹੀ ਜਲਦੀ ਅਸੀਂ ਜਿਹੜੀ ਲਾਂਚ ਕਰ ਦਾਂਗੇ, ਜਿਹੜੇ ਕਿ ਸਿਰਫ ਪੰਜਾਬ ਸਪੈਸੀਫਿਕ ਕਰੰਟ ਅਫੇਅਰਸ ਨੂੰ ਡੀਲ ਕਰੂਗੀ। ਸੋ ਮੈਂ ਤਾਂ ਚਾਹੁੰਦਾ ਕਿ ਤੁਸੀਂ ਸਿਰਫ ਇਸ ਚੈਨਲ ਨਾਲ ਹੀ ਜੁੜੇ ਰਹੋ, ਠੀਕ ਹੈ। ਆਪਣੀ ਤੁਸੀਂ ਮਿਹਨਤ ਕਰੋਗੇ, ਉਹ ਟਾਈਮ ਹੈ ਜਿਹੜਾ ਤੁਸੀਂ ਪੰਜਾਬ GK ਨੂੰ ਦੇਣਾ ਜਾਂ ਫਿਰ ਆਪਣਾ ਪੰਜਾਬ ਕਰੰਟ ਅਫੇਅਰਸ ਨੂੰ ਦੇਣਾ, ਉਹ ਕਿਤੇ ਹੋਰ ਯੂਟੀਲਾਈਜ਼ ਕਰ ਲਓ, ਮੈਥ ਰੀਜ਼ਨਿੰਗ ਦੇ ਜਿਹੜੇ ਸਵਾਲ ਸੋਲਵ ਕਰ ਲਓ, ਤਾਂ ਕਿ ਉਹ ਟਾਈਮ ਤੁਸੀਂ ਹੋਰ ਪਾਸੇ ਯੂਜ਼ ਕਰ ਸਕੋ। ਤਾਂ ਹੀ ਅਸੀਂ ਪੰਜਾਬ GK ਦਾ ਜਿਹੜਾ ਇਨੀਸ਼ੀਏਟਿਵ ਅਲੱਗ ਤੋਂ ਚਲਾਇਆ, ਤਾਂ ਕਿ ਬੱਚਿਆਂ ਦੇ ਮਾਈਂਡ ਵਿੱਚ ਸਟਰਕਚਰਿੰਗ ਬਣ ਜੇ ਵੀ ਇਹ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ ਬੱਚਿਓ। ਸੋ ਦੈਟਸ ਇਟ ਫॉर द डे। ਸੋ ਇਹੀ ਚੀਜ਼ ਐਨਾਲਾਈਜ਼ ਕਰਨੀ ਸੀ। ਕੱਲ ਨੂੰ ਬੱਚੇ ਜਿਹੜਾ ਵੀ ਲੈਕਚਰ ਹੋਊਗਾ 4 ਵਜੇ ਤੁਸੀਂ ਲਾਈਵ ਹੋ ਜਿਓ, ਤੁਹਾਨੂੰ ਦੇਖਣ ਨੂੰ ਮਿਲ ਜਾਊਗਾ, ਹੈ ਨਾ। ਹੁਣ ਜੇ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਹਰਮਨਜੋਤ ਕੌਰ ਜੀ ਦਾ ਡਾਊਟ ਸੀਗਾ ਕਿ ਨੇਮ ਆਫ ਦਾ ਬੁੱਕ ਫॉर ਪੰਜਾਬ GK ਪਲੀਜ਼ ਸਰ ਲੈਟ ਮੀ ਨੋ। ਓਕੇ ਬੱਚੇ, ਮਲਟੀਪਲ ਬੁੱਕਸ ਨੇ, ਹੈ ਨਾ, ਤੁਸੀਂ ਇੱਕ ਬੁੱਕ ਤੁਹਾਡਾ ਕਵਰ ਨਹੀਂ ਕਰੂਗੀ। ਹੁਣ ਪ੍ਰੀ ਦੇ ਵਿੱਚ ਕੁਐਸਚਨਸ ਇੱਦਾਂ ਦੇ ਪੁੱਛੇ ਜਾ ਰਹੇ ਨੇ ਕਿ ਤੁਹਾਨੂੰ ਬੁੱਕ ਦੇ ਵਿੱਚ ਤੁਹਾਨੂੰ ਕੁਐਸਚਨ ਹੈ ਜਿਹੜਾ 50% ਨੌਲੇਜ ਦਊਗਾ, 50% ਤੁਹਾਡਾ ਕਰੰਟ ਅਫੇਅਰ ਨਾਲ ਜੁੜੂਗਾ, ਤਾਂ ਤੁਹਾਡੇ ਕੁਐਸਚਨ ਸੋਲਵ ਹੋਣਗੇ। ਜਿਨ੍ਹਾਂ ਨੇ 2020 ਵਾਲਾ ਪ੍ਰੀਲਿਮਸ ਦਿੱਤਾ ਜਾਂ ਮੇਨਸ ਦਿੱਤਾ, ਉਹਨਾਂ ਨੂੰ ਪਤਾ ਹੋਣਾ ਕਿ ਡਿਫਿਕਲਟੀ ਲੈਵਲ ਕਿੱਦਾਂ ਦਾ ਹੋਇਆ। ਆਲਰਾਈਟ ਹਰਮਨਜੋਤ ਕੌਰ, ਸੋ ਬੁੱਕਸ ਪੜ੍ਹਨੀਆਂ ਨੇ ਬਟ ਸਟਿਲ ਤੁਸੀਂ ਇਹਦੇ ਨਾਲ ਜੁੜੇ ਰਹੋ। ਨੀਚੇ ਦਿੱਤੇ ਨੰਬਰ ਤੇ ਕਾਲ ਕਰੋ, ਤੁਹਾਨੂੰ ਉੱਥੇ ਸਾਰੀ ਡਿਟੇਲ ਮਿਲ ਜਾਊਗੀ। ਆਲਰਾਈਟ, ਜੇ ਕਿਸੇ ਹੋਰ ਬੱਚੇ ਨੂੰ ਕੋਈ ਵੀ ਡਾਊਟ ਆ ਤਾਂ ਮੇਰੇ ਤੋਂ ਪੁੱਛ ਸਕਦੇ ਹੋ। ਸਾਡਾ ਪੰਜਾਬ ਇਜ਼ ਅ ਗੁੱਡ ਬੁੱਕ ਬਟ ਸਟਿਲ ਹੁਣ ਜਿੱਦਾਂ ਚੇਂਜ ਹੋ ਰਿਹਾ ਨਾ ਸਿਸਟਮ, ਹੁਣ ਜਿੱਦਾਂ ਚੇਂਜ ਹੋ ਰਿਹਾ, ਸੋ ਉਹ ਆਪਾਂ ਦੇਖਣਾ ਪੈਣਾ, ਉਹਦੇ ਨਾਲ ਆਪਾਂ ਕਰੰਟ ਅਫੇਅਰ ਜਿਹੜੇ ਹੈ ਰਿਲੇਟ ਕਰਨੇ ਪੈਣਗੇ, ਤਾਂ ਆਪਣਾ ਕੁਝ ਸੋਲਵ ਹੋਊਗਾ। ਆਲਰਾਈਟ ਜੀ, ਕੋਈ ਹੋਰ ਬੱਚਾ ਦੱਸ ਸਕਦਾ ਹੈ, ਕੋਈ ਆਪਣਾ ਡਾਊਟ ਹੈ ਕਿਸੇ ਨੂੰ ਤਾਂ ਦੱਸੋ, ਅਦਰਵਾਈਜ਼ ਫਿਰ ਆਪਾਂ ਜਿਹੜੀ ਕਲਾਸ ਆਪਾਂ ਆਫ ਕਰਦੇ ਹਾਂ। ਚਲੋ ਠੀਕ ਹੈ ਬੱਚੋ, ਓਕੇ ਬਾਏ ਬਾਏ, ਆਪਾਂ ਕੱਲ ਨੂੰ ਮਿਲਾਂਗੇ। ਥੈਂਕ ਯੂ ਸੋ ਮਚ।